ਸਤਨਾਮ ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ। ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ। ਰਹਾਉ ਸਰਵਨ ਸੁਨਨ ਭਗਤ ਕਰਨ, ਅਨਿਕ ਪਾਤਕ ਪੁਨਹਿ ਚਰਨ। ਸਰਨ ਪਰਨ ਸਾਧੂ ਆਨ ਬਾਨ ਵਿਸਾਰੇ, ਹਰ ਚਰਨ ਪ੍ਰੀਤ ਨੀਤ ਨੀਤ। ਪਾਵਨ ਮੈਂ ਮਹਾ ਪੁਨੀਤ, ਸੇਵਕ ਭੈ ਦੂਰ ਕਰਨ। ਕਲ ਮਲ ਦੁਖ ਜਾਰੇ, ਕਹਿਤ ਮੁਕਤ ਸੁਨਤ ਮੁਕਤ। ਰਹਿਤ ਜਨਮ ਰਹਤੇ, ਰਾਮ ਰਾਮ ਸਾਰ ਭੂਤ। ਨਾਨਕ ਤਤ ਵਿਚਾਰੇ, ਹਰ ਚਰਨ ਪ੍ਰੀਤ ਨੀਤ ਨੀਤ। ਪਾਵਨ ਮਹਿ ਮਹਾ ਪੁਨੀਤ, ਸੇਵਕ ਭੈ ਦੂਰ ਕਰਨ। ਕਲ ਮਲ ਦੋਖ ਜਾਰੇ, ਕਹਿਤ ਮੁਕਤ ਸੁਨਤ ਮੁਕਤ। ਰਹਿਤ ਜਨਮ ਰਹਤੇ, ਰਾਮ ਰਾਮ ਸਾਰ ਭੂਤ। ਨਾਨਕ ਤਤ ਵਿਚਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁਖਾਂ ਦੇ ਦਾਤੇ ਸਤਿਗੁਰੂ, ਜੁਗੋ ਜੁਗ ਅਟਲ ਸਰਬ ਕਲਾ ਸਮਰੱਥ, ਜ਼ਾਹਿਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸ਼ਰਵਣ ਕਰ ਰਹੇ ਸੀ, ਜੋ ਲੜੀਵਾਰ ਚੱਲ ਰਹੀ ਵਿਚਾਰ ਦੇ ਨਾਲ ਸੰਬੰਧਿਤ ਹਨ। ਸੁਖਮਨੀ ਸਾਹਿਬ ਜੀ ਵਿੱਚ ਸਤਿਗੁਰੂ ਜੀ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਂਦਿਆਂ ਉਪਦੇਸ਼ ਦਿੰਦਿਆਂ ਇੱਕ ਬੜਾ ਪਿਆਰਾ ਬਚਨ ਕਿਹਾ ਕਿ ਗੁਰ ਕੀ ਮੱਤ ਤੂੰ ਭਗਤ ਬਿਨਾ ਬਹੁ ਡੂਬੇ ਸਿਆਣੇ। ਬਿਨਾ ਬੰਦਾ ਜਿੰਨਾ ਮਰਜੀ ਸਿਆਣਾ ਹੋ ਜਾਏ, ਪੜ੍ਹ ਜਾਵੇ, ਡਿਗਰੀਆਂ ਲੈ ਲਏ, ਸਤਿਗੁਰੂ ਜੀ ਕਹਿੰਦੇ ਜੋ ਦੇਖੋ ਗੁਰੂ ਕੀ ਮੱਤ ਨਹੀਂ ਤੇ ਉਹ ਨਿਆਣਾ ਹੀ ਹੈ। ਤੇ ਗੁਰੂ ਕੀ ਮੱਤ ਤੋਂ ਬਿਨਾ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਅਨੇਕਾਂ ਹੀ ਇਸ ਭਉ ਸਾਗਰ ਵਿੱਚ ਡੁੱਬ ਗਏ। ਸਾਹਿਬ ਕਹਿੰਦੇ ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਐ ਮੇਰੇ ਮਿੱਤਰ ਮਨ ਕਰਕੇ ਪ੍ਰਭੂ ਦੀ ਭਗਤੀ ਕਰ, ਵਾਹਿਗੁਰੂ ਜੀ ਦੇ ਪਿਆਰ 'ਚ ਜੁੜ, ਤੇਰਾ ਚਿੱਤ ਨਿਰਮਲ ਹੋ ਜਾਏਗਾ। ਚਿੱਤ ਨੂੰ ਨਿਰਮਲ ਕਰਨ ਲਈ ਦੁਨੀਆ 'ਚ ਕੋਈ ਅਜੇ ਤੱਕ ਪਾਊਡਰ ਨਹੀਂ ਬਣਿਆ ਜਾਂ ਕੋਈ ਇਹੋ ਜਿਹਾ ਵਸਤੂ ਨਹੀਂ ਬਣੀ ਜੋ ਸਾਡੇ ਚਿੱਤ ਨੂੰ ਨਿਰਮਲ ਕਰ ਸਕੇ। ਚਿੱਤ ਨੂੰ ਮੈਲਿਆ ਕਰਨ ਲਈ ਤੇ ਬਹੁਤ ਕੁਝ ਹੈ, ਕਿਉਂਕਿ ਸਾਰਾ ਸੰਸਾਰ ਹੀ ਮੈਲ ਦੇ ਨਾਲ ਭਰਿਆ ਹੋਇਆ। ਜਿੱਧਰ ਨਜ਼ਰ ਮਾਰੋ ਗੁਰੂ ਕੀ ਬਾਣੀ ਕਹਿੰਦੀ ਮੈਲਾ ਬ੍ਰਹਮਾ ਮੈਲਾ ਇੰਦਰ ਰਬ ਮੈਲਾ, ਮੈਲਾ ਹੈ ਚੰਦ ਮੈਲਾ ਮਲਤਾ ਇਹ ਸੰਸਾਰ।
ਇਹ ਸੰਸਾਰ ਮੈਲ ਨਾਲ ਭਰਿਆ ਪਿਆ ਹੈ। ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦੀ ਭਗਤੀ ਕਰੇਗਾ, ਨਿਰਮਲ ਹੋਏ ਤੁਮਾਰੋ ਚੀਤ, तेरा चित्त निर्मल हो जाएगा, पवित्र हो जाएगा। चरण कमल राखो मन माही, जन्म जन्म के किल विख जाहे। ਉਹ ਭਾਈ ਉਸ ਵਾਹਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖ। ਵਾਹਿਗੁਰੂ ਜੀ ਦੀ ਬੰਦਗੀ ਕਰਕੇ ਚਿੱਤ ਨਿਰਮਲ ਕਰ, ਫਿਰ ਉਹਦੇ ਪਵਿੱਤਰ ਚਰਨ ਕਮਲਾਂ ਨੂੰ, ਗੁਣਾਂ ਨੂੰ ਆਪਣੇ ਹਿਰਦੇ 'ਚ ਟਿਕਾ ਕੇ ਰੱਖ। ਤੇਰੇ ਜਨਮ ਜਨਮਾਂਤਰਾਂ ਦੇ ਦੁੱਖ ਮਿਟ ਜਾਣਗੇ। ਤੇ ਸਤਿਗੁਰੂ ਜੀ ਨੇ ਅੱਗੇ ਇਹ ਗੱਲ ਕਹੀ, ਇਹ ਗੱਲ ਆਪਣੇ ਤੱਕ ਹੀ ਸੀਮਤ ਨਾ ਰੱਖ। ਆਪ ਜਪੋ ਅਵਰਹਿ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਆਪ ਵੀ ਪ੍ਰਮਾਤਮਾ ਦੇ ਪਿਆਰ 'ਚ ਜੁੜ ਤੇ ਹੋਰਨਾਂ ਨੂੰ ਵੀ ਜੋੜ। ਗੁਰਮਤਿ ਨੇ ਜੋ ਸਾਨੂੰ ਮਾਰਗ ਦਿੱਤਾ ਹੈ, ਇਹ ਸਰਬੱਤ ਦੇ ਭਲੇ ਦਾ ਮਾਰਗ ਹੈ, ਵੰਡ ਕੇ ਛਕਣ ਦਾ ਮਾਰਗ ਹੈ। ਭਾਵੇਂ ਵਾਹਿਗੁਰੂ ਜੀ ਨੇ ਸਾਨੂੰ ਕੋਈ ਦੁਨਿਆਵੀ ਵਡਿਆਈਆਂ ਦਿੱਤੀਆਂ ਨੇ, ਪਦਾਰਥ ਦਿੱਤੇ ਨੇ, ਭਾਵੇਂ ਸਾਨੂੰ ਆਤਮਿਕ ਤੌਰ ਤੇ ਕੋਈ ਦਾਤ ਦਿੱਤੀ ਹੈ, ਉਹਨੂੰ ਲੋਕਾਂ 'ਚ ਵੰਡਣਾ ਇਹ ਗੁਰਮਤਿ ਹੈ। ਗੁਰਮਤਿ ਕਿਤੇ ਨਹੀਂ ਕਹਿੰਦੀ ਕਿ ਤੁਸੀਂ ਰੱਬ ਦੇ ਪਿਆਰ 'ਚ ਜੁੜੇ ਤੇ ਦੁਨੀਆ ਤੋਂ ਨੱਸ ਕੇ ਕਿਤੇ ਜੰਗਲ 'ਚ ਲੁਕ ਜਾਓ, ਜਾਂ ਕਿਤੇ ਧਰਤੀ 'ਚ ਹੀ ਲੁਕ ਕੇ ਬੈਠ ਜਾਓ, ਜਾਂ ਕਹੋ ਜੀ ਮੈਂ ਤੇ ਦੁਨੀਆ ਨੂੰ ਮਿਲਣਾ ਹੀ ਨਹੀਂ ਹੈ। ਗੁਰਮਤਿ ਇਹ ਗਿਆਨ ਨਹੀਂ ਦਿੰਦੀ। ਗੁਰਮਤਿ ਕਹਿੰਦੀ ਆਪ ਜਪੋ ਅਵਰਹਿ ਨਾਮ ਜਪਾਵੋ। ਆਪ ਵੀ ਪ੍ਰਮਾਤਮਾ ਦੇ ਪਿਆਰ 'ਚ ਜੁੜੋ, ਹੋਰਨਾਂ ਨੂੰ ਵੀ ਪ੍ਰਮਾਤਮਾ ਦੇ ਪਿਆਰ ਜੋੜੋ। ਸੁਨਤ ਰਹਿਤ ਕਹਿਤ ਰਹਿਤ ਗਤ ਪਾਵੋ। ਤਿੰਨ ਗੱਲਾਂ ਸਤਿਗੁਰੂ ਜੀ ਨੇ ਇਸ ਪਵਿੱਤਰ ਲਾਈਨ 'ਚ ਕਹੀਆਂ ਨੇ। ਪਹਿਲੀ ਗੱਲ, ਪ੍ਰਮਾਤਮਾ ਦੇ ਨਾਮ ਨੂੰ ਸੁਣੋ। ਦੂਜੀ ਗੱਲ, ਪ੍ਰਮਾਤਮਾ ਦੇ ਨਾਮ ਨੂੰ ਮੁਖ ਤੋਂ ਉਚਾਰਨ ਕਰੋ। ਤੀਜੀ ਗੱਲ, ਰਹਿਤ। ਰਹਿਤ ਦਾ ਅਰਥ ਹੈ ਕਿ ਜੋ ਕਹਿੰਦੇ ਹੋ, ਜੋ ਸੁਣਦੇ, ਉਹਦੇ ਅਨੁਸਾਰ ਜ਼ਿੰਦਗੀ ਬਣਾਓ, ਆਪਣੀ ਰਹਿਣੀ ਬਹਿਣੀ ਉਹੋ ਜਿਹੀ ਬਣਾਓ, ਤੁਹਾਡੀ ਰਹਿਤ ਉਹੋ ਜਿਹੀ ਬਣ ਜਾਏ, ਤੁਹਾਡਾ ਅਮਲੀ ਜੀਵਨ ਉਹੋ ਜਿਹਾ ਬਣ ਜਾਏ। ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਸੁਣੋਗੇ ਵੀ, ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਨੂੰ ਬੋਲੋਗੇ ਵੀ, ਜਦੋਂ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਤੁਹਾਡਾ ਜੀਵਨ ਉਹੋ ਜਿਹਾ ਬਣ ਗਿਆ, ਜੀਉਣ ਦੀ ਸ਼ੈਲੀ ਉਹੋ ਜਿਹੀ ਬਣ ਗਈ, ਸਤਿਗੁਰੂ ਜੀ ਕਹਿੰਦੇ ਤੁਹਾਨੂੰ ਗਤੀ, ਜਿਹਨੂੰ ਆਪਾਂ ਕਹਿੰਦੇ ਉੱਚੀ ਅਵਸਥਾ ਮਿਲ ਜਾਏਗੀ। ਉਹ ਗਤੀ ਕੋ ਕਿਸੇ ਦੇ ਕਿਰਾਇਆ ਨਹੀਂ ਮਿਲਣੀ ਕਿ ਕੋਈ ਪੁਰਾਣੀ ਝੜਈ ਕਰ ਗਿਆ, ਚਲੋ ਦੀ ਫਲਾਣੇ ਥਾਂ ਜਾ ਕੇ ਗਤੀ ਕਰਾ ਦਈਏ, ਜਾਂ ਫਲਾਣੇ ਪਾਠ ਰਾਹੀਂ ਉਹਦੀ ਗਤੀ ਕਰਾ ਦਈਏ। ਇਦਾਂ ਗਤੀ ਨਹੀਂ ਹੁੰਦੀ। ਗਤੀ ਦਾ ਅਰਥ ਹੁੰਦਾ ਹੈ ਚਾਲ। ਗਤੀ ਦਾ ਅਰਥ ਹੁੰਦਾ ਹੈ ਅੱਗੇ ਵਧਣਾ, ਉੱਚੇ ਉੱਠਣਾ। ਇਹ ਮਨੁੱਖ ਬਣ ਕੇ ਆਇਆ ਹੈ ਬੰਦਾ, ਪਰਮ ਮਨੁੱਖ ਬਣ ਜਾਏ, ਪ੍ਰਮਾਤਮਾ ਦਾ ਰੂਪ ਬਣ ਜਾਏ, ਇਹਨੂੰ ਗਤੀ ਕਿਹਾ ਜਾਂਦਾ ਹੈ। ਔਰ ਗਤੀ ਇਹ ਨਹੀਂ ਕਿ ਕਿਤੇ ਅਸਥੀਆਂ ਪਾਤੀਆਂ ਗਤੀ ਹੋ ਜਾਏਗੀ, ਕੋਈ ਮੰਤਰ ਪੜ੍ਹ ਲਿਆ ਗਤੀ ਹੋ ਜਾਏਗੀ। ਇਹ ਤੇ ਸਿਰਫ ਐਵੇਂ ਧਾਰਮਿਕ ਲੋਕਾਂ ਵੱਲੋਂ ਮਨੁੱਖਤਾ ਨੂੰ ਐਵੇਂ ਭਰਮ ਭੁਲੇਖਿਆਂ 'ਚ ਪਾਇਆ ਹੋਇਆ। ਸੁਨਤ ਰਹਿਤ ਕਹਿਤ ਗਤ ਪਾਵੋ। ਪਰਮਾਤਮਾ ਦੇ ਨਾਮ ਨੂੰ ਸੁਣੋ, ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰੋ, ਪਰਮਾਤਮਾ ਦੇ ਪਿਆਰ ਜੁੜ ਕੇ ਉਹ ਜਿਹਾ ਆਪਣਾ ਜੀਵਨ ਢੰਗ ਬਣਾ ਲਓ, ਤੁਹਾਨੂੰ ਉੱਚੀ ਅਵਸਥਾ ਮਿਲ ਜਾਏਗੀ, ਤੁਸੀਂ ਉੱਚੇ ਉੱਠ ਜਾਓਗੇ। ਤੇ ਸਤਿਗੁਰੂ ਜੀ ਨੇ ਅਖੀਰ ਤੇ ਗੱਲ ਕੀ, ਸਾਰ ਭੂਤ ਸਤ ਹਰ ਕੋ ਨਾਉ। ਸਾਰ ਮੇਨਾ ਹੁੰਦਾ ਸ੍ਰੇਸ਼ਟ, ਜਿਹਨੂੰ ਆਪਾਂ ਨਿਚੋੜ ਕਹਿੰਦੇ, ਸਾਰੀਆਂ ਚੀਜ਼ਾਂ ਦਾ ਤੱਤ। ਭੂਤ ਦਾ ਅਰਥ ਹੁੰਦਾ ਪਦਾਰਥ। ਭੂਤ ਅਸੀਂ ਭੂਤ ਪ੍ਰੇਤ ਨੂੰ ਵੀ ਕਹਿੰਦੇ ਆ, ਭੂਤ ਗੁਜ਼ਰ ਚੁੱਕੇ ਸਮੇਂ ਨੂੰ ਵੀ ਕਹਿੰਦੇ ਆ, ਭੂਤ ਦੇ ਹੋਰ ਵੀ ਕਈ ਅਰਥ ਹੋਣਗੇ, ਪਰ ਇੱਥੇ ਭੂਤ ਦਾ ਅਰਥ ਹੈ ਪਦਾਰਥ। ਸਤਿਗੁਰੂ ਜੀ ਕਹਿੰਦੇ ਸਾਰ ਭੂਤ ਸਤ ਹਰ ਕੋ ਨਾਉ। ਸਾਰਿਆਂ ਪਦਾਰਥਾਂ ਚੋਂ ਉੱਤਮ ਪਦਾਰਥ, ਸ੍ਰੇਸ਼ਟ ਪਦਾਰਥ ਹੈ ਪਰਮਾਤਮਾ ਦਾ ਨਾਮ। ਸਤਿਗੁਰੂ ਜੀ ਕਹਿੰਦੇ ਸਹਿਜ ਸੁਭਾਏ ਨਾਨਕ ਗੁਣ ਗਾਓ। ਭਾਈ ਸਹਿਤੇ ਸਿੱਧ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਨਾ, ਸਹਿਜ ਵਿੱਚ ਪਿਆਰ ਨਾਲ, ਸੁਭਾਏ ਦਾ ਅਰਥ ਪਿਆਰ ਦੇ ਨਾਲ, ਸਹਿਜ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣ ਗਾਓ। ਜੇ ਪ੍ਰਮਾਤਮਾ ਦੇ ਗੁਣ ਗਾਓਗੇ, ਗਤੀ ਨੂੰ ਪ੍ਰਾਪਤ ਹੋਵੋਗੇ, ਚਿੱਤ ਨਿਰਮਲ ਹੋਏਗਾ। ਦੇਖੋ ਸਾਡਾ ਚਿੱਤ ਮੈਲ ਨਾਲ ਭਰਿਆ, ਇਹੀ ਕਾਰਨ ਹੈ ਕਿ ਅਸੀਂ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ। ਸਾਡੀ ਜ਼ਿੰਦਗੀ 'ਚ ਦੁੱਖ ਨੇ, ਸਾਡੀ ਜ਼ਿੰਦਗੀ 'ਚ ਬੜੀਆਂ ਪਰੇਸ਼ਾਨੀਆਂ ਨੇ, ਚਿੰਤਾਵਾਂ ਨੇ। ਔਰ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਕਿ ਸਾਡੀ ਜ਼ਿੰਦਗੀ ਦੀ ਗਤ ਜਿਹੜੀ ਰੁਕ ਗਈ। ਗਤ ਮੇਨਾ ਚਾਲ, ਜਿਸ ਕੰਮ ਲਈ ਆਏ ਸਨ ਉਸ ਪਾਸੇ ਨੂੰ ਅਸੀਂ ਤੁਰ ਨਾ ਸਕੇ। ਉਹ ਗਤੀ ਪ੍ਰਾਪਤ ਹੋਏਗੀ ਜਦੋਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਪਰਮਾਤਮਾ ਦਾ ਨਾਮ ਸਰਬ ਸ੍ਰੇਸ਼ਟ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਬੇਅੰਤ ਥਾਵਾਂ ਤੇ ਵਾਹਿਗੁਰੂ ਜੀ ਦੇ ਨਾਮ ਦੀ ਗੱਲ ਕਹੀ ਹੈ। ਸੁਖਮਨੀ ਸਾਹਿਬ ਜੀ ਇੱਕ ਥਾਂ ਤੇ ਹੋਰ ਸਤਿਗੁਰੂ ਜੀ ਦੇ ਬਚਨ ਕਿ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਅਮੋਲਕ ਹੈ।
नाम सारिया चीज़ों का तत्त सार है। दुनिया ने किसी ने कहा सी को काम धेन गऊ उत्तम है, किसी ने कहा को पार जात उत्तम है। सतगुरु जी की बाणी कहती है पार जाते हर को नाम। ये परमात्मा का नाम जिहड़ा यही साडे लई पार जात है, यही साडे लई कामधेन है। ये जुड़ोगे जो चाहोगे मिलेगा। सब ते उत्तम हर की कथा, नाम सुन दर्द दुख लथा। सारियां तो उत्तम चीज़ है परमात्मा की गलबात करनी, परमात्मा की सिफत सलाह करनी, परमात्मा की गल सुननी जां कहनी। नाम नूं सुनदे ही मनुख दे दुख दलिद्र दूर हो जाते हैं। दुखों तो छुटकारा प्राप्त करन दे रही जां जिंदगी च मनुख दे कोलों कई तरह दीयां भुल्लां हुंदियां ने। हर बंदा भुलनहार है। कोई मनुख ये नहीं कह सकता कि मैं जिंदगी च भुल नहीं की। पर कुछ अखौती धार्मिक लोगों ने केवल आम लोगों को यह कह के कि तुहाडे को बड़े पाप होए ने, तुसी बड़े अवगुण कीते ने, इन्हां पापां नूं जे बख्शाउणा है फलाणे थां ते जाके इन्ने दिन तुसी इशनान करो, फलाणे थां ते जाके इन्ना दान करो, फलाणे थां ते जाके इन्ने तुसी जग करो, तप करो। इनू कहंदे पुनः चरण। पुनः चरण का अर्थ है कि पछतावे वजों कीते हुए जिहड़े कर्म ने, कि जो साडे को गलती हो गई ਉਹਦੇ पछतावे वजों कीते हुए ਜਿਹੜੇ कर्म ने ਉਹਨੂੰ ਕਿਹਾ ਜਾਂਦਾ ਹੈ ਪੁਨਹ ਚਰਨ। ਜਿਵੇਂ ਕੋਈ ਪਾਠ ਕਰ ਲਾਂਗੇ ਜੀ ਵਾਹਿਗੁਰੂ ਮਾਫ ਕਰ ਦੇਵੇਗਾ, ਕਿਤੇ ਨਹਾ ਲਵਾਂਗੇ ਜੀ ਵਾਹਿਗੁਰੂ ਸਾਨੂੰ ਮਾਫ ਕਰ ਦੇ, ਇਹਨੂੰ ਪੁਨਹ ਚਰਨ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਸਾਰਿਆਂ ਤੋਂ ਉੱਤਮ ਕਰਮ ਹੈ ਵਾਹਿਗੁਰੂ ਜੀ ਦਾ ਨਾਮ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਮੁਖ ਵਾਕ ਰਾਹੀਂ परमात्मा के नाम नूं सारभूत दसदियां, सर्व श्रेष्ठ दसदियां, उस नाम नाल जुड़ के जो सुख जो आनंद मनुख की जिंदगी च मिलता है उसका ज्ञान असानू दिंदियां परम पिता वाहिगुरू जी के प्यार च जिवें जोड़ रहे ने। आओ आप मिल के गुरु के इन अमृत बचनों की विचार साझी करिए जी। सतगुरु जी के प्यार विच जुड़दे हां, मुख तो सारे ही उच्चारण करिए जी। सतनाम वाहिगुरू साहिब जी। सारंग महला पंजवा। हर हरे हर मुखों बोल, हर हरे मन धारे। सतगुरु जी दे ये पावन बचन गुरु ग्रंथ साहिब जी दे पावन अंक 1230 ते अंकित हैं। साहिब कहते हर हरे हर मुखों बोल। हर मैना हरि वो परमात्मा, हर मैना वो परमात्मा जिहड़ा हर थां ते है, जिहड़ा हर किसे दा है, जिहड़ा हर वेले है, ਉਹਦਾ नाम हर रखिया होया है, जिहदे करके असीं हरे परे हाँ। है कहते वो हर हरे हर मुखों बोल। वो भाई जिहड़ा परमात्मा है वो वाहिगुरू है, उस प्रभु दे नाम नूं अपने मुख तो बोलिया कर, उहदा उच्चारण करिया कर। हर हरे मन धारे। केवल मुख तो ही ना बोलिया कर, मन विच भी उस वाहिगुरू जी दे नाम नूं रखिया कर। हर वेले उस हरि नूं चेते रखिया कर। मन करके भी ते बचना करके भी उस परमात्मा दे प्यार जुड़ जा। रहाओ सरवन सुनन भगत करन, अनक पातक पुनः चरण। पातक कहंदे ने पापां नूं। बंदा जिंदगी च कई तरह के अवगुण करदा है, हर बंदे कोल हुंदे ने, पर आम लोकाई नूं धार्मिक लोगों ने यह कहा है कि तुसीं बड़े पाप कीते ने, तुहाडे ते पाप बख्शे नहीं जाने, ये दुख पापां करके ने। इस करके उन्होंने फिर कई तरह के कर्म दसे जाते हैं, जग तप तीर्थ इशनान दान पुन होर पाठ पूजा दसे जाते हैं। सतगुरु जी कहते कि अनेकां जिहड़े पाप साडे कोल होए ने। पाप का अर्थ जरूरी नहीं कि किसी नूं मारिया तो उही पाप है। पाप का अर्थ हुंदा झूठ बोलना, पाप का अर्थ हुंदा बेईमानी करनी, किसी का हक मार लेना, किसी का दिल दुखा देना। अनेक तरह के पाप हर बंदे को हुंदे ने। जरूरी नहीं कि धर्म स्थानां ते जिहड़े लोग बैठे ने वो सारे सच दे पुजारी ने। होने तो चाहिए ने सच दे पुजारी, धर्म स्थान ते धर्मी लोग होने चाहिए ने। पर जे धर्म स्थानां ते सारे धर्मी लोग होण ना, फिर धर्म के नां ते लड़ाइयां ना होण, फिर धर्म के नां ते लोकां दी लुੱਟ खसुੱਟ ना होवे, फिर धर्म के नां ते समाज दे विच अंध विश्वास ते वहम भरम ना फैलाए जाण। जे धर्मी होण वो तो सिर्फ आपो अपनी रोजी रोटी की खातर रोटियां कारण पूरे हताल वाली गल है। केवल तो केवल अपनी उदर पूर्ति लिए मेरे वर्गे कई धर्मी बन जाते हैं, धर्म लिबास पा लेंदे ने। इस करके होरना लोगों को यह कहना कि तुसी बड़े अवगुण कीते, पाप कीते, तुहाडे पाप ते तां बख्शे जाणगे किते तुसी यह सोने की चीज़ दान करो।
ਐਨਾ ਤੁਸੀਂ ਅੰਨ ਦਾਨ ਕਰੋ, ਇਹਦੇ ਨਾਲ ਤੋਲ ਕੇ ਦਾਨ ਕਰੋ। ਕਈ ਤਰ੍ਹਾਂ ਦੇ ਦਾਨ ਪੁੰਨ ਆਪਾਂ ਦੇਖਦੇ ਹਾਂ ਪ੍ਰਚਲਿਤ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜ਼ਿੰਦਗੀ ਅੰਦਰ ਹਰ ਬੰਦੇ ਕੋਲੋਂ ਗਲਤੀਆਂ ਹੁੰਦੀਆਂ ਨੇ। ਦੇਖੋ ਗੁਰੂ ਕੀ ਬਾਣੀ ਕਹਿੰਦੀ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾ ਮੈਂ ਕੇ ਰੰਗ। ਸਭ ਤੋਂ ਵੱਡਾ ਪਾਪ ਤੇ ਰੱਬ ਨਾਲੋਂ ਟੁੱਟ ਜਾਣਾ ਹੀ ਹੈ। ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ ਨਾ, ਉਹਨੇ ਸਾਰੇ ਪਾਪ ਕਰ ਲਏ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਕਿ ਕੋਈ ਬੰਦਾ ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਹਿੰਦੂ ਮੱਤ ਦੇ ਅੰਦਰ ਬ੍ਰਾਹਮਣ ਨੂੰ ਮਾਰਨਾ ਕਿਹਨੇ ਪਾਪ ਗਿਣਿਆ ਜਾਂਦਾ ਹੈ। ਧੀਆਂ ਨੂੰ ਮਾਰਨਾ ਪਾਪ ਹੈ ਹੀ ਪਾਪ ਹੈ। ਧੀਆਂ ਨੂੰ ਮਾਰਨਾ ਬਹੁਤ ਵੱਡਾ ਜ਼ੁਲਮ ਹੈ। ਗਊ ਨੂੰ ਮਾਰਨਾ ਪਾਪ ਗਿਣਿਆ ਜਾਂਦਾ ਹੈ। ਅਣਚਾਰੀ ਦਾ ਅਰਥ ਹੁੰਦਾ ਕਿਸੇ ਬੇਈਮਾਨ ਜਾਂ ਮਾੜੀ ਕਿਰਤ ਵਾਲੇ ਦੇ ਹੱਥੋਂ ਕੋਈ ਰੋਟੀ ਪਾਣੀ ਖਾ ਲੈਣਾ, ਇਹ ਪਾਪ ਗਿਣੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ ਪਾਹੇ ਏਤੇ ਜਾਹੇ ਵਿਸਰ ਨਾਨਕਾ ਇੱਕ ਨਾਮ। ਹੇ ਨਾਨਕ ਜੀ, ਜਿਨ੍ਹਾਂ ਨੂੰ ਇੱਕ ਵਾਹਿਗੁਰੂ ਜੀ ਦਾ ਨਾਮ ਭੁੱਲ ਗਿਆ, ਉਹਨਾਂ ਨੂੰ ਤਾਂ ਇੰਨੇ ਪਾਪ ਉਦਾਂ ਹੀ ਲੱਗ ਜਾਂਦੇ ਨੇ। ਕੋਈ ਬ੍ਰਾਹਮਣ ਨੂੰ ਮਾਰਦਾ, ਗਊ ਨੂੰ ਮਾਰਦਾ, ਹੋਰ ਪਾਪ ਕਰਦਾ, ਇਹਨੂੰ ਪਾਪ ਲੱਗਦੇ ਗਿਣੇ ਜਾਂਦੇ ਨੇ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨਨੇ ਰੱਬ ਨੂੰ ਭੁਲਾਤਾ ਉਹ ਤੇ ਉਦਾਂ ਹੀ ਪਾਪੀ ਬਣ ਗਿਆ। ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਜਿਹੜਾ, ਉਹਨੂੰ ਸਾਰੇ ਪਾਪ ਆਪਣੇ ਆਪ ਲੱਗ ਜਾਂਦੇ, ਉਹ ਭਾਵੇਂ ਜਿੰਨਾ ਮਰਜ਼ੀ ਲੋਕਾਂ ਨੂੰ ਉਪਦੇਸ਼ ਦੇਵੇ। ਸਤਿਗੁਰੂ ਜੀ ਕਹਿੰਦੇ ਅਨੇਕ ਤਰ੍ਹਾਂ ਦੇ ਪਾਪ ਜਿਹੜੇ ਸਾਡੇ ਅੰਦਰ ਬੈਠੇ ਨੇ, ਇਹਨਾਂ ਪਾਪਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਰਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹ ਚਰਨ। ਜਿਵੇਂ ਪਛਤਾਵੇ ਵਜੋਂ ਹੋਰ ਅਨੇਕ ਤਰ੍ਹਾਂ ਦੇ ਕੰਮ ਕਰਨ ਦੀ ਪ੍ਰੇਰਣਾ ਧਾਰਮਿਕ ਲੋਕ ਦਿੰਦੇ ਨੇ ਆਮ ਲੋਕਾਂ ਨੂੰ ਕਿ ਇਹ ਕੰਮ ਕਰੋਗੇ ਤੁਹਾਡੇ ਪਾਪ ਮਿਟ ਜਾਣਗੇ। ਪਰ ਸਤਿਗੁਰੂ ਜੀ ਕਹਿੰਦੇ ਕਿ ਸਾਡੇ ਲਈ ਸਭ ਤੋਂ ਵੱਡਾ ਜਿਹੜਾ ਪੁਨਹ ਚਰਨ ਹੈ ਨਾ, ਪਛਤਾਚਾਵ ਵਾਲਾ ਕਰਮ ਹੈ, ਉਹ ਹੈ ਪਰਮਾਤਮਾ ਦੇ ਨਾਮ ਨੂੰ ਸੁਣਨਾ ਤੇ ਪਰਮਾਤਮਾ ਦੇ ਨਾਮ ਨੂੰ ਜਪਣਾ। ਪਰਮਾਤਮਾ ਦੇ ਨਾਮ ਨੂੰ ਸੁਣੋ, ਨਾਮ ਨੂੰ ਜਪੋ, ਇਹੀ ਸਭ ਤੋਂ ਵੱਡਾ ਪੁਨਹ ਚਰਨ ਹੈ। ਇਹੀ ਪਾਪਾਂ ਤੋਂ ਮੁਕਤ ਹੋਣ ਦਾ ਇੱਕ ਤਰੀਕਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਹੋਰ ਕੋਈ ਸਾਨੂੰ ਕਰਮਕਾਂਡ ਜਾਂ ਇਹ ਅਨੇਕ ਤਰ੍ਹਾਂ ਦੇ ਇੱਧਰ ਉੱਧਰ ਕੰਮਾਂ 'ਚ ਨਹੀਂ ਪਾਇਆ। ਸਤਿਗੁਰੂ ਜੀ ਕਹਿੰਦੇ ਤੀਰਥਾਂ ਤੇ ਨਹਾਉਣਾ ਹੈ ਨਾ, ਸਭ ਤੋਂ ਉੱਤਮ ਤੀਰਥ ਪ੍ਰਮਾਤਮਾ ਦਾ ਨਾਮ ਹੀ ਹੈ। ਤੀਰਥ ਨਾਮਣ ਜਾਓ ਹਰ ਕੋ ਨਾ ਤੀਰਥ ਨਾਮ ਹੈ। ਜੇ ਤੀਰਥਾਂ ਤੇ ਨਹਾਉਣਾ ਤੇ ਸਭ ਤੋਂ ਉੱਤਮ ਤੀਰਥ ਨਾਮ ਹੀ ਹੈ। ਨਾਮ ਦੇ ਤੀਰਥ ਤੇ ਇਸ਼ਨਾਨ ਕਰੋ। ਤੀਰਥਾਂ ਤੇ ਨਹਾਉਣਾ ਤੇ ਅੰਤਰਗਤ ਤੀਰਥ ਮਲ ਨਾਓ। ਤੁਹਾਡੇ ਅੰਦਰ ਜਿਹੜਾ ਤੀਰਥ ਉਹਦੇ ਤੇ ਰੋਜ਼ ਇਸ਼ਨਾਨ ਕਰੋ। ਸਾਨੂੰ ਤੇ ਸਾਡੇ ਸਤਿਗੁਰੂ ਜੀ ਨੇ ਕਿੰਨੀ ਵੱਡੀ ਦਾਤ ਦੇ ਦਿੱਤੀ। ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅਸੀਂ ਤੇ ਰੋਜ਼ ਅੰਮ੍ਰਿਤਸਰ ਵਿੱਚ ਨਹਾਉਣਾ, ਆਪਣੀ ਸੁਰਤ ਨੂੰ ਇਸ਼ਨਾਨ ਕਰਾਉਣਾ, ਭਾਵ ਨਾਮ ਦੇ ਸਰੋਵਰ ਵਿੱਚ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਆਪਣੀ ਸੁਰਤ ਦੀ ਮੈਲ ਉਤਾਰਨੀ ਹੈ। ਤੇ ਗੁਰੂ ਬਾਬਾ ਜੀ ਕਹਿੰਦੇ ਸਭ ਤੋਂ ਉੱਤਮ ਜਿਹੜਾ ਕਰਮ ਹੈ ਨਾ, ਜਿਹੜਾ ਕਹਿੰਦੇ ਪੁਨਹ ਚਰਨ ਕਰਨਾ, ਪਛਤਾਚਾਤ ਲਈ ਕਰਨਾ, ਉਹ ਹੈ ਕਿ ਸਰਵਨ ਸੁਨਨ ਭਗਤ ਕਰਨ। ਕੰਨਾਂ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਨਾ ਤੇ ਵਾਹਿਗੁਰੂ ਜੀ ਦੀ ਭਗਤੀ ਕਰਨੀ। ਅਨਕ ਪਾਤਕ ਪੁਨਹ ਚਰਨ, ਅਨੇਕਾਂ ਹੀ ਪਾਪਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਇਹ ਸਾਡੇ ਲਈ ਇੱਕ ਉੱਤਮ ਕਰਮ ਹੈ। ਪੁਨਹ ਚਰਨ ਦਾ ਪਛਤਾਵੇ ਵਜੋਂ ਕੀਤੇ ਹੋਏ ਕਰਮਾਂ ਚੋਂ ਉੱਤਮ ਕਰਮ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਜੀ ਦੇ ਨਾਮ ਨੂੰ ਮੁਖ ਤੋਂ ਵੀ ਬੋਲ ਤੇ ਮਨ ਵਿੱਚ ਵੀ ਧਾਰਨ ਕਰ। ਕੱਲਾ ਮੁਖ ਤੇ ਹੀ ਨਾ ਰਹਿ ਜਾਏ, ਮੁਖ ਤੋਂ ਜਪਦੇ ਆ ਮਨ ਕਰਕੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਪ੍ਰਭ ਕੀ ਭਗਤ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚਿਤ। ਪਰਮਾਤਮਾ ਦੀ ਬੰਦਗੀ ਕਰਨੀ ਤੇ ਇਕਾਗਰ ਚਿੱਤ ਹੋ ਕੇ, ਚਿੱਤ ਜੋੜ ਕੇ। ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦਾ ਹੈ, ਉਚਾਰਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ। ਕਹਿ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕੋਈ ਵਾਹਿਗੁਰੂ ਜੀ ਦੇ ਨਾਮ ਨੂੰ ਗਾ ਲੇ, ਕੋਈ ਸੁਣ ਲੇ। ਭਗਤ ਜੀ ਕਹਿੰਦੇ ਕੋਈ ਸੰਸਾ ਨਹੀਂ, ਉਹ ਬੰਦਾ ਅਖੀਰ ਨੂੰ ਪਰਮਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸੁਣਨ ਵਾਲਾ ਵੀ, ਗਾਉਣ ਵਾਲਾ ਵੀ। ਤੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸੁਣਨ ਤੇ ਗਾਉਣ ਦੀ ਹਦਾਇਤ ਕੀਤੀ ਹੈ ਕਿ ਭਾਈ ਮੁਖ ਤੋਂ ਵੀ ਜਪੋ, ਕੰਨਾਂ ਨਾਲ ਵੀ ਸੁਣੋ, ਮਨ ਕਰਕੇ ਵਾਹਿਗੁਰੂ ਜੀ ਦੀ ਚਰਨ ਸੰਚ ਡਿੱਗ ਪਾਓ। ਸਰਨ ਪਰਨ ਸਾਧੂ ਆਨ ਬਾਨ ਵਿਸਾਰੇ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਗੁਰੂ ਦੀ ਸ਼ਰਨ 'ਚ ਪੈ ਜਾਣਾ।
ਇਹ ਸਭ ਤੋਂ ਉੱਤਮ ਕਾਰਜ ਹੈ। ਸਰਣ ਪਰਣ ਸਾਧੂ, ਸਾਧੂ ਦਾ ਅਰਥ ਇੱਥੇ ਗੁਰੂ ਹੈ। ਸਤਿਗੁਰੂ ਜੀ ਦੀ ਸਰਣ ਵਿੱਚ ਡਿੱਗ ਪੈਣਾ, ਆਨ ਬਾਨ ਵਿਸਾਰੇ। ਹੋਰ ਜਿੰਨੇ ਵੀ ਕੰਮ ਨੇ ਉਹ ਮਨੁੱਖ ਭੁਲਾ ਦਿੰਦਾ ਹੈ ਜਦੋਂ ਗੁਰੂ ਦੇ ਚਰਨਾਂ ਨਾਲ ਡਿੱਗ ਜਾਂਦਾ ਹੈ। ਭਾਵ ਸਭ ਤੋਂ ਉੱਤਮ ਥਾਂ ਹੈ ਗੁਰੂ ਦੇ ਚਰਨਾਂ ਦਾ ਆਸਰਾ। ਜਿਹਨੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਿਆ, ਹੋਰ ਇੱਧਰ ਉੱਧਰ ਦੀ ਉਹ ਟੇਕ ਛੱਡ ਦਿੰਦਾ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ, ਉਹਨੂੰ ਕਿਤੇ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਹੈ, ਉਹਨੂੰ ਕਿਤੇ ਦਾਨ ਪੁੰਨ ਜਪ ਤਪ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿੰਨੀ ਵਡਿਆਈ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਧੰਨ ਧੰਨ ਭਾਗਤ ਨ ਸੰਤ ਜਨਾ ਹਰ ਨਾਮਾ ਹਰ ਮੁਖ ਕਹਤੇ ਆ। ਧੰਨ ਧੰਨ ਭਾਗਤ ਨ ਸਾਧ ਜਨਾ ਜੋ ਹਰ ਗੁਣ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗਤ ਨ ਸੰਤ ਜਨਾ ਹਰ ਜਸ ਸਰਵਣੀ ਸੁਣਤੇ ਆ। ਧੰਨ ਧੰਨ ਭਾਗਤ ਨ ਗੁਰਮੁਖਾਂ ਜੋ ਗੁਰਮਤ ਲੈ ਮਨ ਜਿਣਤੇ ਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੇ ਗੁਰ ਚਰਣੀ ਸਿੱਖ ਪੜ੍ਹਤੇ ਆ। ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਭ ਤੋਂ ਵੱਡੇ ਭਾਗ ਨੇ, ਉੱਤਮ ਭਾਗ ਨੇ। ਤੇ ਗੁਰੂ ਬਾਬਾ ਜੀ ਕਹਿੰਦੇ ਜਿਹੜੇ ਗੁਰੂ ਚਰਨਾਂ ਨਾਲ ਜੁੜ ਗਏ, ਆਨ ਬਾਨ ਵਿਸਾਰੇ, ਉਹਨਾਂ ਨੇ ਹੋਰ ਸਾਰੀਆਂ ਗੱਲਾਂ ਭੁਲਾ ਦਿੱਤੀਆਂ। ਕਿਸੇ ਪਾਸੇ ਦਾ ਆਸਰਾ ਹੀ ਨਹੀਂ ਲੈਂਦੇ। ਗੁਰੂ ਤੋਂ ਬਿਨਾ ਹੋਰ ਕਿਸੇ ਪਾਸੇ ਉਹ ਜਾਂਦੇ ਹੀ ਨਹੀਂ, ਔਰ ਗੁਰੂ ਤੋਂ ਬਿਨਾ ਹੋਰ ਕਿਸੇ ਦੀ ਓਟ ਆਸਰਾ ਉਹ ਲੈਂਦੇ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਸਾਡਾ ਗੁਰੂ ਸਮਰੱਥ ਹੈ, ਗੁਰੂ ਤੋਂ ਬਿਨਾ ਹੋਰ ਕਿਸੇ ਨੇ ਮਦਦਗਾਰ ਬਣਨਾ ਵੀ ਨਹੀਂ। ਆਪਾਂ ਦੇਖਦੇ ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਤੇ ਪੂਰਨ ਭਰੋਸਾ ਹੈ, ਉਹਨਾਂ ਨੂੰ ਤੋੜਨ ਦੇ ਲਈ ਬੜੇ ਯਤਨ ਕੀਤੇ ਗਏ, ਬੜੇ ਲਾਲਚ ਦਿੱਤੇ ਗਏ ਕਿ ਤੁਸੀਂ ਇਹ ਕੰਮ ਕਰੋਗੇ ਤੁਹਾਨੂੰ ਸਵਰਗ ਮਿਲ ਜਾਣਗੇ। ਮਨੁੱਖ ਨੂੰ ਇਸੇ ਤਰੀਕੇ ਨਾਲ ਹੀ ਆਪਣੇ ਮਗਰ ਲਗਾਇਆ ਜਾਂਦਾ ਹੈ ਨਾ ਕਿ ਇਸ ਥਾਂ ਤੇ ਇੰਨੇ ਦਿਨ ਆਓਗੇ, ਤੁਹਾਡੀ ਆਹ ਕਾਮਨਾ ਪੂਰੀ ਹੋਏਗੀ, ਇਹ ਧਰਮ ਕਰਮ ਕਰੋਗੇ, ਤੁਸੀਂ ਸਵਰਗਾਂ ਵਿੱਚ ਚਲੇ ਜਾਓਗੇ, ਤੁਹਾਨੂੰ ਮੁਕਤੀ ਮਿਲ ਜਾਏਗੀ। ਇਹੋ ਜਿਹੇ ਸਮੇਂ ਤੇ ਧਰਮ ਦੀ ਦੁਨੀਆ 'ਚ ਬੜੇ ਲੋਕ ਨੇ ਜਿਹੜੇ ਲੋਕਾਂ ਨੂੰ ਲਾਲਚ ਦੇ ਕੇ ਜਾਂ ਗੁੰਮਰਾਹ ਕਰਕੇ ਜ਼ਿੰਦਗੀ ਦੇ ਮਾਰਗ ਤੋਂ ਆਸੇ-ਪਾਸੇ ਕਰ ਦਿੰਦੇ ਨੇ। ਸਤਿਗੁਰੂ ਜੀ ਦੇ ਜੀਵਨ ਦਾ ਇਤਿਹਾਸ ਪੜ੍ਹੀਏ ਨਾ, ਗੜ੍ਹ ਸ਼ੰਕਰ ਦੇ ਰਹਿਣ ਵਾਲੇ ਇੱਕ ਭਾਈ ਤਿਲਕਾ ਜੀ ਗੁਰੂ ਕੀ ਹਜ਼ੂਰੀ 'ਚ ਗਏ, ਗੁਰੂ ਕੀ ਸਿੱਖੀ ਗ੍ਰਹਿਣ ਕੀਤੀ, ਗੁਰਬਾਣੀ ਨਾਲ ਆਪ ਜੁੜੇ, ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਣੇ ਇਲਾਕੇ 'ਚ ਆ ਕੇ ਹੋਰ ਲੋਕਾਂ ਨੂੰ ਵੀ ਗੁਰਬਾਣੀ ਨਾਲ ਜੋੜਨ ਲੱਗ ਪਏ। ਕਿਉਂਕਿ ਗੁਰਸਿੱਖ ਨੂੰ ਤੇ ਹੁਕਮ ਹੈ, ਆਪ ਜਪੋ ਅਵਰੇ ਨਾਮ ਜਪਾਵੋ। ਜਿੱਥੇ ਵੀ ਤੁਸੀਂ ਬੈਠੋ, ਜੇ ਦੁਨਿਆਵੀ ਪਦਾਰਥ ਹੈ ਤੇ ਉਹ ਵੀ ਵੰਡ ਕੇ ਛਕੋ ਲੋੜਵੰਦਾਂ ਨੂੰ ਦੇ ਕੇ, ਤੇ ਜੇ ਤੁਸੀਂ ਰੱਬ ਦੇ ਰੰਗ ਜੁੜੇ ਹੋ ਤੇ ਉਹ ਵੀ ਲੋਕਾਂ ਨੂੰ ਉਪਦੇਸ਼ ਦਿਓ, ਵਾਹਿਗੁਰੂ ਜੀ ਦੀ ਭਾਵ ਭਗਤੀ ਵਿੱਚ ਜੋੜੋ। ਜਿਸ ਵੇਲੇ ਭਾਈ ਤਿਲਕਾ ਜੀ ਆਪਣੇ ਇਲਾਕੇ ਵਿੱਚ ਆ ਕੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਲੱਗੇ, ਦੁਨੀਆ ਸੱਚ ਨਾਲ ਜੁੜਨਾ ਚਾਹੁੰਦੀ ਹੈ। ਗੁਰਬਾਣੀ ਕਹਿੰਦੀ ਇਹ ਸੰਸਾਰ ਹਨੇਰੇ ਨਾਲ ਭਰਿਆ ਪਿਆ ਹੈ, ਹਰ ਬੰਦਾ ਹਨੇਰੇ ਤੋਂ ਮੁਕਤ ਹੋਣਾ ਚਾਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਹਨੇਰੇ ਤੋਂ ਮੁਕਤ ਹੋਣ ਦਾ ਰਸਤਾ ਕੋਈ ਨਹੀਂ ਲੱਭਦਾ ਲੋਕਾਂ ਨੂੰ, ਕੋਈ ਚਾਨਣ ਦੇਣ ਵਾਲਾ ਨਹੀਂ ਲੱਭਦਾ। ਹਨੇਰੇ ਵਿੱਚ ਧੱਕਣ ਵਾਲੇ ਤੇ ਬਹੁਤ ਲੱਭ ਜਾਣਗੇ, ਧਰਮ ਦੀ ਦੁਨੀਆ 'ਚ ਆ ਕੇ ਵੀ ਹਨੇਰਾ ਢੋਣ ਵਾਲੇ ਬੜੇ ਲੱਭ ਜਾਣਗੇ। ਲੁਕਾਈ ਜਿਹੜੀ ਹੈ ਉਹ ਇਸ ਦੁਨੀਆ ਦੇ ਹਨੇਰੇ 'ਚੋਂ ਬਾਹਰ ਨਿਕਲਣ ਲਈ ਤਰਲੇ ਲੈਂਦੀ ਹੈ। ਸਤਿਗੁਰੂ ਜੀ ਨੇ ਕਿੰਨੇ ਸੋਹਣੇ ਬਚਨ ਕਹੇ ਨੇ ਕਿ ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਹਨੇਰੇ ਵਿੱਚ ਰਸਤਾ ਕੋਈ ਨਹੀਂ ਲੱਭਦਾ ਲੋਕਾਂ ਨੂੰ। ਇਹ ਸੰਸਾਰ ਹਨੇਰੇ ਨਾਲ ਭਰੇ ਹੈ। ਜਦੋਂ ਜਿੱਥੇ ਵੀ ਤੁਸੀਂ ਸੱਚ ਲੋਕਾਂ ਨੂੰ ਸਮਝਾਓਗੇ, ਸੱਚ ਦੇ ਫਾਂਦੀ ਲੱਭ ਹੀ ਜਾਣਗੇ। ਇਹੋ ਜਿਹੇ ਲੋਕ ਭਾਈ ਤਿਲਕਾ ਜੀ ਦੇ ਕੋਲ ਜੁੜਨ ਲੱਗ ਪਏ, ਗੁਰਬਾਣੀ ਚਾਅ ਨਾਲ ਸੁਣਨ ਲੱਗ ਪਏ, ਪੜ੍ਹਨ ਲੱਗ ਪਏ। ਉਸ ਇਲਾਕੇ 'ਚ ਕਿਹੋ ਜਿਹਾ ਪਖੰਡੀ ਜੋਗੀ ਰਹਿੰਦਾ ਸੀ ਜਿਹੜਾ ਲੋਕਾਂ ਨੂੰ ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਜਾਂ ਆਹ ਦੁਨਿਆਵੀ ਲਾਰੇ ਲੱਪਿਆਂ, ਕਿਸੇ ਨੂੰ ਮੁਕਤੀ ਦਾ, ਕਿਸੇ ਨੂੰ ਸਵਰਗ ਦਾ ਰਾਰਾ ਲਾ ਕੇ ਆਪਣੇ ਮਗਰ ਲਗਾਈ ਫਿਰਦਾ ਸੀ। ਉਹਨੇ ਸੋਚਿਆ ਕਿ ਜੇ ਇਹ ਤਿਲਕਾ ਇੱਥੇ ਬੈਠਾ ਰਿਹਾ, ਮੈਨੂੰ ਤੇ ਇੱਥੋਂ ਬੋਰੀਆ ਬਿਸਤਰਾ ਉਠਾਉਣਾ ਪੈਣਾ। ਫਿਰ ਉਹਨੇ ਇੱਕ ਵਿਉਂਤ ਸੋਚੀ। ਜਿਵੇਂ ਆਪਾਂ ਦੇਖਦੇ ਨਾ ਮਾਰਕੀਟ ਦੇ ਅੰਦਰ ਗਾਹਕ ਨੂੰ ਖਿੱਚਣ ਦੇ ਲਈ ਦੁਕਾਨਦਾਰਾਂ ਨੂੰ ਕੁਝ ਨਾ ਕੁਝ ਕਰਨਾ ਪੈਂਦਾ, ਕਿਤੇ ਸੇਲ ਲਗਾਤੀ, ਕੁਝ ਨਾ ਕੁਝ ਲਗਾ ਦਿੱਤਾ ਤਾਂ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਏ। ਧਰਮ ਦੀ ਦੁਨੀਆ 'ਚ ਵੀ ਸੇਲ ਲਗਾਉਣ ਵਾਲੇ ਬੜੇ ਬੈਠੇ ਨੇ, ਉਹ ਵੀ ਲੋਕਾਂ ਨੂੰ ਖਿੱਚਣ ਲਈ ਸੇਲ ਲਗਾ ਦਿੰਦੇ। ਸੇਲ ਇਹਨੇ ਇੱਕ ਐਲਾਨ ਕਰ ਦਿੱਤਾ ਕਿ ਮੈਂ ਤਪ ਕਰਨ ਲੱਗਾ, ਭੋਰੇ 'ਚ ਬੈਠਣ ਲੱਗਾ, ਸ਼ਿਵਰਾਤਰੀ ਦੀ ਰਾਤ ਨੂੰ ਬਾਹਰ ਨਿਕਲਾਂਗਾ, ਜਿਹੜਾ ਮੈਨੂੰ ਆ ਕੇ ਦੇਖ ਲੇਗਾ ਉਹਨੂੰ ਤੇ ਸਵਰਗ ਮਿਲ ਜਾਏਗਾ। 2 ਸਾਲ ਦਾ ਸਵਰਗ ਮੁਫਤ। ਸਵਰਗ ਦੀ ਕਾਢ ਕੱਢੀ ਵਿਹਲੜ ਲੋਕਾਂ ਨੇ, ਜਿਹੜੇ ਕਹਿੰਦੇ ਕੰਮ ਨਾ ਕਰਨਾ ਪਏ ਤੇ ਬੈਠੇ ਬਿਠਾਇਆ ਖਾਣ ਪੀਣ ਦਾ ਮੌਜ ਮੇਲਾ ਜਿਹਾ ਬਣਿਆ ਰਹੇ। ਮਨੁੱਖ ਦੀ ਇਸ ਕਮਜ਼ੋਰੀ ਨੂੰ
ਧਾਰਮਿਕ ਲੋਕਾਂ ਨੇ ਚੰਗਾ ਕੈਸ਼ ਕੀਤਾ ਕਿ ਇਹ ਵਿਹਲੇ ਬੈਠ ਕੇ ਮਾਣ ਮਹਿਸੂਸ ਕਰਦਾ ਹੈ ਕਿ ਉਹਨਾਂ ਨੇ ਕਹਿਤਾ ਜੇ ਇੱਥੇ ਦਾਨ ਕਰੋਗੇ ਤਾਂ ਸਵਰਗ 'ਚ ਇਹੋ ਜਿਹੀ ਥਾਂ ਮਿਲੇਗੀ ਜਿੱਥੇ ਕੁਝ ਨਹੀਂ ਕਰਨਾ ਪਏਗਾ। ਬੜੀਆਂ ਮੌਜਾਂ ਸਵਰਗ ਦਾ, ਤੇ ਜੇ ਨਕਸ਼ਾ ਖਿੱਚੀਏ ਤੇ ਉਦੋਂ ਵੱਡਾ ਨਰਕ ਕੀ ਹੋ ਸਕਦਾ ਹੈ। ਇਹ ਵੀ ਕਿਹਾ ਜਾਂਦਾ ਜੀ ਉੱਥੇ ਸ਼ਰਾਬਾਂ ਦੇ ਦਰਿਆ ਚੱਲਦੇ ਨੇ, ਉੱਥੇ ਹੂਰਾਂ ਪਰੀਆਂ ਮਿਲਣਗੀਆਂ, ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਹੈ ਇਸ ਮਨੁੱਖ ਨੂੰ ਲਾਲਚ ਦੇਣ ਦੇ ਲਈ। ਤੇ ਬੜੇ ਲੋਕੀ ਨੇ ਜਿਹੜੇ ਸਵਰਗਾਂ ਦੀ ਲਾਲਸਾ ਸਰੀਰ ਨੂੰ ਕਸ਼ਟ ਦੇਈ ਜਾਂਦੇ ਨੇ। ਗੁਰਮਤਿ ਨੇ ਕਿਸੇ ਸਵਰਗ ਦਾ ਲਾਰਾ ਨਹੀਂ ਲਾਇਆ। ਅਸੀਂ ਰੱਬ ਦੀ ਬੰਦਗੀ ਇਸ ਲਈ ਨਹੀਂ ਕਰਨੀ ਕਿ ਅਸੀਂ ਸਵਰਗ ਵਿੱਚ ਜਾਣਾ, ਸਾਨੂੰ ਕਿਸੇ ਸਵਰਗ ਦੀ ਲੋੜ ਹੀ ਨਹੀਂ ਹੈ। ਕਵਨ ਸੁਰਖਿਆ ਨਰਕ ਵਿਚਾਰਾ, ਇਹ ਵਿਚਾਰੀ ਚੀਜ਼ ਹੈ ਹੀ ਕੀ ਨੇ। ਇਸ ਕਰਕੇ ਇਹਨੇ ਲਾਰਾ ਲਾਤਾ ਕਿ 2 ਸਾਲ ਦਾ ਸਵਰਗ ਦੇਵਾਂਗਾ। ਕਿ ਉਹ ਸਵਰਗਾਂ ਦੇ ਜਿਹੜੇ ਢੰਡਾਊ ਸਨ, ਜਿਹੜੇ ਚਾਹਵਾਨ ਸਨ, ਉਹ ਜੁੜਨੇ ਸ਼ੁਰੂ ਹੋ ਗਏ। ਇਹਨੇ ਤੇ ਲੋਕਾਂ ਨੂੰ ਇੱਕ ਇਹੋ ਜਿਹਾ ਲਾਰਾ ਲਾਇਆ, ਦੁਨੀਆ ਇਕੱਠੀ ਹੋਏਗੀ, ਮੁੜ ਕੇ ਮੇਰ ਫੇਰਾ ਲੋਕਾਂ ਜ਼ੋਰ ਜਿਹਾ ਪੈ ਜਾਏਗਾ। ਨਿਕਲਿਆ ਜਦੋਂ ਦੁਨੀਆ ਇਕੱਠੀ ਹੋ ਗਈ, ਕਹਿਣ ਲੱਗਾ ਕੋਈ ਰਹਿਤ ਨਹੀਂ ਗਿਆ। ਕਹਿੰਦੇ ਸਾਰੇ ਲੋਕ ਆ ਗਏ ਪਿੰਡ ਦੇ, ਪਰ ਭਾਈ ਤਿਲਕਾ ਜੀ ਨਹੀਂ ਆਏ। ਕਹਿੰਦੇ ਜਾਓ ਉਹਨੂੰ ਬੁਲਾਓ, ਉਹਨੂੰ 10 ਸਾਲ ਦਾ ਸਵਰਗ ਦੇ ਦਾਂਗੇ। ਭਾਈ ਸਾਹਿਬ ਨਹੀਂ ਆਏ, ਕਹਿਣ ਲੱਗਾ ਉਹਨੂੰ 20 ਸਾਲ ਦਾ, ਉਹਨੂੰ 100 ਸਾਲ ਦਾ ਸਵਰਗ ਦੇ ਦਾਂਗੇ। ਮਸਲਾ ਤੇ ਇਹਦਾ ਇਹ ਸੀ ਕਿ ਇੱਕ ਵਾਰੀ ਤਿਲਕਾ ਆ ਜਾਏ ਮੇਰੇ ਕੋਲ, ਮੈਨੂੰ ਆ ਕੇ ਜੇ ਉਹਨੇ ਸਿਰ ਝੁਕਾ ਦਿੱਤਾ ਤੇ ਆ ਜਿਨ੍ਹਾਂ ਲੋਕਾਂ ਜਾ ਕੇ ਗੁਰੂ ਦੀ ਨਹੀਂ ਗੱਲ ਕਰਦਾ, ਉਹ ਕਹਿਣਗੇ ਤਿਲਕੇ ਨਾਲੋਂ ਤੇ ਜੋਗੀ ਵੱਡਾ। ਜਿੱਥੇ ਤਿਲਕਾ ਚਲਿਆ ਗਿਆ ਜੋਗੀ ਕੋਲ ਆ ਜਾਣਗੇ। ਤੇ ਭਾਈ ਤਿਲਕਾ ਜੀ ਤਾਂ ਗੁਰੂ ਦੇ ਦਰ ਤੇ ਹੁਣ ਚਲੇ ਗਏ, ਗੁਰੂ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ। ਭਾਈ ਸਾਹਿਬ ਜੀ ਨਹੀਂ ਆਏ, ਆਖਰ ਜੋਗੀ ਆਪ ਚੱਲ ਪਿਆ। ਜੋਗੀ ਦਾ ਆਉਣਾ ਸੁਣ ਕੇ ਭਾਈ ਸਾਹਿਬ ਜੀ ਨੇ ਦਰਵਾਜ਼ਾ ਹੀ ਬੰਦ ਕਰ ਦਿੱਤਾ। ਜੋਗੀ ਦਰਵਾਜ਼ਾ ਖੜਕਾਉਂਦਾ ਕਹਿਣ ਲੱਗਾ ਤਿਲਕਿਆ, ਇੱਕ ਵਾਰੀ ਮੈਨੂੰ ਦੇਖ ਲੈ, ਤੈਨੂੰ ਮੁਹਤ ਸਵਰਗ ਮਿਲ ਜਾਏਗਾ, ਜਿੰਨਾ ਚਾਹੇਗਾ ਮਿਲ ਜਾਏਗਾ। ਭਾਈ ਸਾਹਿਬ ਜੀ ਬੋਲੇ ਹੀ ਨਹੀਂ ਇਹਦੇ ਸਵਰਗ ਦੇ ਨਾਂ ਤੇ। ਕਿੰਨਾ ਚਿਰ ਤਰਲੇ ਲੈਣ ਤੋਂ ਬਾਅਦ ਕਹਿਣ ਲੱਗਾ ਕਿ ਜਿਸ ਗੁਰੂ ਦੇ ਪਿਆਰ 'ਚ ਸਿਦਕ ਜੁੜਿਆ ਹੈ, ਉਸ ਗੁਰੂ ਦਾ ਵਾਸਤਾ ਜੇ ਤੂੰ ਮੈਨੂੰ ਨਹੀਂ ਮਿਲਣਾ ਤੇ ਮੈਨੂੰ ਆਪਣੇ ਦਰਸ਼ਨ ਦੇ ਇੱਕ ਵੇਰਾ। ਇਹ ਹੈ ਸਿਦਕ ਦੀ ਗੱਲ। ਗੁਰਬਾਣੀ ਕਹਿੰਦੀ ਆਸਥਿਰ ਰਹੋ ਡੋਲੋ ਮਤ ਕਬਹੂ, ਗੁਰ ਕੇ ਬਚਨ ਆਧਾਰ। ਗੁਰੂ ਕੇ ਬਚਨਾਂ ਨੂੰ ਆਸਰਾ ਬਣਾ ਕੇ ਟਿਕੇ ਰਹੋ, ਡੋਲੋ ਨਾ, ਐਨ ਦ੍ਰਿੜ ਹੋ ਜਾਓ। ਜੇ ਦ੍ਰਿੜ ਰਹੋਗੇ ਜੈ ਜੈਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ, ਦੁਨੀਆ ਦੇ ਵਿੱਚ ਜੈ ਜੈਕਾਰ ਹੋਏਗੀ। ਰੱਬ ਦੇ ਦਰ ਤੇ ਵੀ ਮੁਖ ਉਜਲਾ ਹੋਵੇਗਾ, ਦੁਨੀਆ ਵੀ ਜੈ ਜੈਕਾਰ ਕਰੇਗੀ। ਭਾਈ ਸਾਹਿਬ ਜੀ ਗੁਰੂ ਕੇ ਬਚਨਾਂ ਨਾਲ ਜੁੜ ਕੇ ਐਨ ਦ੍ਰਿੜ ਸਨ, ਅਡੋਲ ਸਨ, ਗੁਰੂ ਦੇ ਬਚਨਾਂ ਤੇ ਭਰੋਸਾ ਸੀ। ਤੇ ਜੋਗੀ ਕਹਿਣ ਲੱਗਾ ਮੈਨੂੰ ਹੀ ਆਪਣੇ ਦਰਸ਼ਨ ਦੇ ਦਿਓ ਫਿਰ ਇੱਕ ਵੇਰ। ਭਾਈ ਸਾਹਿਬ ਜੀ ਨੇ ਦਰਵਾਜ਼ਾ ਖੋਲ੍ਹਿਆ, ਔਰ ਦਰਵਾਜ਼ਾ ਖੋਲ੍ਹਦਿਆਂ ਕਹਿਣ ਲੱਗੇ ਜੋਗੀ ਨੂੰ, ਕਿਹੜੇ ਸਵਰਗ ਦੀ ਗੱਲ ਕਰਦਾ, ਸਾਨੂੰ ਕਿਸੇ ਸਵਰਗ ਦੀ ਲੋੜ ਨਹੀਂ ਹੈ। ਇਹੋ ਜਿਹੇ ਕਰੋੜਾਂ ਸਵਰਗ ਅਸੀਂ ਕੁਰਬਾਨ ਕਰਨ ਲਈ ਤਿਆਰ ਹਾਂ। ਇਸ ਕਰਕੇ ਭਾਈ ਸਾਹਿਬ ਜੀ ਨੇ ਜਦੋਂ ਕਰਾਈ ਤਸੱਲੀ, ਜੋਗੀ ਭਾਈ ਸਾਹਿਬ ਜੀ ਦੇ ਕੋਲ ਬੈਠ ਕੇ ਭਾਈ ਸਾਹਿਬ ਜੀ ਦੇ ਨਹੀਂ ਗੁਰੂ ਕੀ ਹਜ਼ੂਰੀ ਚਲਿਆ ਗਿਆ, ਗੁਰੂ ਕਾ ਸਿੱਖ ਬਣ ਗਿਆ। ਇਹ ਹੈ ਜਿਨ੍ਹਾਂ ਨੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਦੇਖਿਆ। ਸਤਿਗੁਰੂ ਜੀ ਕਹਿੰਦੇ ਸਰਣ ਪਰਣ ਸਾਧੂ ਆਨ ਬਾਣ ਵਿਸਾਰੇ। ਜਿਹੜੇ ਗੁਰੂ ਦੀ ਚਰਨ ਵਿੱਚ ਸਰਣ ਵਿੱਚ ਡਿੱਗ ਪਏ, ਉਹਨਾਂ ਨੇ ਹੋਰ ਸਾਰੇ ਬਾਣ ਦਾ ਅਰਥ ਹੈ ਆਸਰੇ ਛੱਡ ਦਿੱਤੇ, ਕਿਸੇ ਪਾਸੇ ਨਹੀਂ ਜਾਂਦੇ। ਉਹ ਤੇ ਕੋਈ ਇੱਕ ਗੱਲ ਕਹਿੰਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇੱਕ ਨਾ ਮਾਨਿਓ। ਕਿ ਜਦੋਂ ਦਾ ਤੁਹਾਡੇ ਚਰਨਾਂ ਨਾਲ ਜੁੜੇ ਆ, ਉਦੋਂ ਬਾਅਦ ਕੋਈ ਚੀਜ਼ ਨੂੰ ਅਸੀਂ ਅੱਖਾਂ ਹੇਠ ਨਹੀਂ ਲਿਆਉਂਦੇ। ਰਾਮ ਰਹੀਮ ਪੁਰਾਨ ਕੁਰਾਨ ਅਨੇਕਾਂ ਸੁਣੇ ਨੇ, ਪਰ ਅਸੀਂ ਮੰਨਦੇ ਕਿਸੇ ਨੂੰ ਨਹੀਂ। ਇਸ ਕਰਕੇ ਤੁਹਾਡੇ ਚਰਨਾਂ ਨਾਲ ਜੁੜ ਕੇ ਆਨ ਬਾਣ ਵਿਸਾਰੇ। ਹੋਰ ਸਾਰੀ ਬਾਣ ਦਾ ਅਰਥ ਹੁੰਦਾ ਆਦਤ, ਹੋਰ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਭੁਲਾ ਦਿੱਤੀਆਂ, ਹੋਰ ਕਿਸੇ ਪਾਸੇ ਨਹੀਂ ਜਾਂਦੇ। ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਹਾ ਪੁਨੀਤ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਆਸਰਾ ਲਿਆ, ਉਹ ਜ਼ਿੰਦਗੀ ਅੰਦਰ ਹਰ ਚਰਨ ਪ੍ਰੀਤ ਨੀਤ ਨੀਤ ਹਮੇਸ਼ਾ ਉਹ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਹੀ ਪਿਆਰ ਪਾਈ ਰੱਖਦੇ ਨੇ। ਵਾਹਿਗੁਰੂ ਜੀ ਦੇ ਚਰਨਾਂ ਨਾਲ ਉਹਨਾਂ ਦਾ ਅਜਿਹਾ ਪਿਆਰ ਹੁੰਦਾ ਹੈ ਕਿ ਵਾਹਿਗੁਰੂ ਜੀ ਦੇ ਚਰਨਾਂ ਤੋਂ ਬਿਨਾਂ ਉਹ ਰਹਿ ਹੀ ਨਹੀਂ ਸਕਦੇ। ਉਹਨਾਂ ਦੀ ਪ੍ਰੀਤ ਐਵੇਂ ਹੁੰਦੀ ਹੈ ਜਿਵੇਂ ਭੌਰੇ ਦੀ ਫੁੱਲ ਦੇ ਨਾਲ ਪ੍ਰੀਤ ਹੁੰਦੀ ਹੈ। ਉਹਨਾਂ ਦੀ ਪ੍ਰੀਤ ਐਵੇਂ ਹੁੰਦੀ ਹੈ ਜਿਵੇਂ ਚਕੋਰ ਦੀ ਚੰਦਰਮਾ ਦੇ ਨਾਲ ਪ੍ਰੀਤ ਹੁੰਦੀ ਹੈ। ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਦੇ ਨਾਲ ਅਜਿਹੀ ਪ੍ਰੀਤ ਹੁੰਦੀ ਹੈ, ਜੋ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਨਾਦ ਕੁਰੰਗ ਕੇ ਵਿਦਿਆ ਸਨਮੁਖ ਹੁਟਤਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਰੱਬ ਦੇ ਪਿਆਰਿਆਂ ਦੀ ਪ੍ਰਭੂ ਦੇ ਨਾਲ ਅਜਿਹੀ ਪ੍ਰੀਤ ਹੁੰਦੀ ਹੈ ਕਿ ਉਹ ਰੱਬ ਦੇ ਨਾਮ ਨਾਲ ਜੁੜ ਕੇ ਹੀ ਤ੍ਰਿਪਤ ਹੁੰਦੇ ਨੇ।
ਉਹਨਾਂ ਦੇ ਮਨ ਦੀ ਖੁਸ਼ੀ ਮਿਲਦੀ ਰੱਬ ਦੇ ਨਾਮ ਨਾਲ ਜੁੜ ਕੇ ਹੈ। ਉਹ ਤੇ ਕਹਿੰਦੇ ਜਿੰਨਾ ਚਿਰ ਨਾਮ ਨਾਲ ਜੁੜੇ ਰਹਿੰਦੇ ਅਸੀਂ ਤੇ ਜਿਉਂਦੇ ਹੀ ਉਹਨਾਂ ਚਿਰ ਨਾ। ਜਦੋਂ ਨਾਮ ਨਾਲ ਟੁੱਟਦੇ ਹਾਂ ਉਦੋਂ ਮਰਦੇ ਹਾਂ ਆਪਾਂ ਅੰਦਰੋਂ। ਮਰਨ ਦਾ ਅਰਥ ਹੈ ਜਦੋਂ ਨਾਮ ਨਾਲੋਂ ਟੁੱਟਾਂਗੇ ਸਾਡੇ ਅੰਦਰ ਦੁਨੀਆ ਦਾ ਹੰਕਾਰ ਆਉਣਾ ਸ਼ੁਰੂ ਹੋ ਜਾਏਗਾ, ਸਾਡੇ ਅੰਦਰ ਅਨੇਕ ਤਰ੍ਹਾਂ ਦੇ ਵਿਕਾਰ ਹੋਣੇ ਸ਼ੁਰੂ ਹੋ ਜਾਣਗੇ। ਜਿਉਂ-ਜਿਉਂ ਵਿਕਾਰ ਆਉਣਗੇ ਤਿਉਂ-ਤਿਉਂ ਸਾਡੇ ਅੰਦਰੋਂ ਮਨੁੱਖਤਾ ਮਰਦੀ ਚਲੀ ਜਾਏਗੀ। ਸਾਡੇ ਅੰਦਰੋਂ ਜੋ ਇਨਸਾਨੀ ਸੁਭਾਅ ਹੈ ਨਾ ਉਹ ਮਨੁੱਖ ਵਾਲਾ ਸੁਭਾਅ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸ ਕਰਕੇ ਰੱਬ ਦੇ ਪਿਆਰੇ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਜਿੰਨਾ ਚਿਰ ਵਾਹਿਗੁਰੂ ਜੀ ਤੁਹਾਡੇ ਨਾਮ ਨੂੰ ਚੇਤੇ ਕਰਦੇ ਆ ਉਹਨਾਂ ਚਿਰ ਜਿਉਂਦੇ ਆ, ਪਰ ਜਦੋਂ ਨਾਮ ਭੁੱਲਦਾ ਉਦੋਂ ਅਸੀਂ ਮਰਦੇ ਅੰਦਰੋਂ। ਇਸ ਕਰਕੇ ਰੱਬ ਦੇ ਪਿਆਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਹਾਪਨੀਤ। ਰੱਬ ਦੇ ਪਿਆਰਿਆਂ ਦੀ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਨਿਤ ਪ੍ਰੀਤ ਬਣੀ ਰਹਿੰਦੀ ਹੈ, ਹਰ ਵੇਲੇ ਪ੍ਰੀਤ ਬਣੀ ਰਹਿੰਦੀ ਹੈ। ਪਾਵਨਾ ਮੈਂ ਮਹਾਪਨੀਤ। ਤੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਕੇ ਉਹ ਸਭ ਤੋਂ ਉੱਤਮ ਪਵਿੱਤਰ ਬਣ ਜਾਂਦੀ ਹੈ। ਪਾਵਨਾ ਮੈਂ ਮਹਾਪਨੀਤ ਦਾ ਅਰਥ ਹੈ ਕਿ ਜਿਹੜੇ ਪਵਿੱਤਰ ਚੀਜ਼ਾਂ ਨੇ ਉਹਨਾਂ 'ਚੋਂ ਵੀ ਮਹਾਨ ਪਵਿੱਤਰ ਸਭ ਤੋਂ ਉੱਤਮ ਬਣ ਜਾਂਦੇ ਨੇ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ। ਗੁਰਬਾਣੀ ਕਹਿੰਦੀ ਕਿ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਮਨੁੱਖ ਪਰਮ ਪਵਿੱਤਰ ਹੋ ਜਾਂਦਾ ਹੈ, ਰੱਬ ਵਰਗਾ ਪਵਿੱਤਰ ਹੋ ਜਾਂਦਾ ਹੈ। ਦੁਨੀਆ ਦੇ ਵਿੱਚ ਕੋਈ ਸਾਧਨ ਨਹੀਂ ਹੈ ਜਿਹੜਾ ਸਾਡੇ ਮਨ ਦੀ ਮੈਲ ਨੂੰ ਉਤਾਰ ਸਕੇ। ਤੇ ਗੁਰਬਾਣੀ ਕਹਿੰਦੀ ਨਿਰਮਲ ਸੋ ਨਿਰਮਲ ਨਿਰਮਲ ਹਰਿ ਕੇ ਗੁਣ ਗਾਓ। ਉਹੀ ਧਰਤੀ ਤੇ ਨਿਰਮਲ ਹੈ ਜਿਹੜਾ ਨਿਰਮਲ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਪ੍ਰਮਾਤਮਾ ਦੀ ਕੀਰਤੀ ਕਰਦਾ ਹੈ। ਜਿਸ ਚੀਜ਼ ਨੂੰ ਅਸੀਂ ਮਨ ਕਰਕੇ ਚੇਤੇ ਕਰਾਂਗੇ ਨਾ ਉਹ ਜੇ ਸਾਡਾ ਮਨ ਬਣੀ ਜਾਣਾ। ਅਸੀਂ ਦੁਨਿਆਵੀ ਪਦਾਰਥਾਂ ਨੂੰ ਚੇਤੇ ਕਰਾਂਗੇ ਸਾਡਾ ਸੁਭਾਅ ਪਦਾਰਥਾਂ ਵਰਗਾ ਬਣ ਜਾਣਾ। ਮਾਇਆ ਦੀ ਗੱਲ ਆਪਾਂ ਕਰਦੇ ਆ ਨਾ, ਮਾਇਆ ਨੂੰ ਚੇਤੇ ਕਰਦੇ ਰਵਾਂਗੇ ਮਾਇਆ ਦਾ ਪ੍ਰਭਾਵ ਸਾਡੇ ਤੇ ਪਏਗਾ। ਮਾਇਆ ਨੂੰ ਕਾਲਖ ਕੀ ਹੈ ਔਰ ਇਹਨੂੰ ਅੰਜਨ ਜਾਂ ਕਾਲਖ ਦੇ ਨਾਲ ਤੁਲਨਾ ਦਿੱਤੀ ਹੈ। ਜੇ ਅਸੀਂ ਕਾਲਖ ਨੂੰ ਚੇਤੇ ਕਰਾਂਗੇ ਤੇ ਮਨ ਪਵਿੱਤਰ ਕਿੱਥੋਂ ਹੋਵੇਗਾ। ਗੁਰੂ ਅਮਰਦਾਸ ਜੀ ਨੇ ਇੱਕ ਵਾਰ ਬੜੀ ਪਿਆਰੀ ਗੱਲ ਕਹੀ ਬਾਬਾ ਮੋਹਰੀ ਜੀ ਨੂੰ। ਗੁਰੂ ਕੀ ਹਜ਼ੂਰੀ 'ਚ ਬੈਠੇ ਨੇ, ਸੰਗਤਾਂ ਬਹੁਤ ਪਦਾਰਥ ਭੇਟ ਕਰਦੀਆਂ ਸਨ ਸਤਿਗੁਰੂ ਜੀ ਦੇ ਕੋਲ। ਤੇ ਮੋਹਰੀ ਜੀ ਦੇ ਮਨ 'ਚ ਖਿਆਲ ਹੀ ਆ ਗਿਆ ਇੱਕ ਦਿਨ ਕਿ ਇੰਨੇ ਪੈਸੇ ਆਉਂਦੇ ਕਿ ਸਤਿਗੁਰੂ ਜੀ ਮੈਨੂੰ ਦੇ ਦੇਣ ਨਾ। ਅੰਤਰਜਾਮੀ ਸਤਿਗੁਰੂ ਜੀ ਇੱਕ ਦਿਨ ਕਹਿਣ ਲੱਗੇ ਮੋਹਰੀ ਆ ਪੈਸੇ ਬੈਠਾ ਬੈਠਾ ਗਿਣੀ ਦੇ ਕਿੰਨੇ ਸੰਗਤ ਨੇ ਲਿਆਂਦੇ ਨੇ। ਦੇਖੋ ਗੁਰੂ ਅਮਰਦਾਸ ਜੀ ਕੋਈ ਪੈਸਾ ਕੋਲ ਨਹੀਂ ਸਨ ਰੱਖਦੇ। ਜੋ ਭਾਵੇਂ ਧਨ ਸੀ, ਭਾਵੇਂ ਕੋਈ ਵਸਤੂ ਸੀ, ਰਾਸ਼ਨ ਸੀ, ਬਸਤਰ ਸੀ, ਸਭ ਕੁਝ ਤਰਕਾਲਾਂ ਤੱਕ ਵੰਡ ਦਿੰਦੇ ਸਨ। ਗਰੀਬਾਂ 'ਚ ਵੰਡ ਦੇਣਾ, ਖਰਚ ਦੇਣਾ। ਜੇ ਰਾਸ਼ਨ ਵੱਧ ਜਾਣਾ ਤੇ ਪਸ਼ੂਆਂ ਦੇ ਵਿੱਚ ਉਹ ਵੀ ਖਵਾ ਦੇਣਾ, ਦਰਿਆ ਦੇ ਵਿੱਚ ਰੋੜ ਦੇਣਾ। ਰਾਤ ਨੂੰ ਬਰਤਨ ਮੂਧੇ ਕਰਕੇ ਸਤਿਗੁਰੂ ਜੀ ਸੌਂਦੇ ਸਨ। 10 ਮੋਰੀ ਦੇ ਮਨ 'ਚ ਖਿਆਲ ਆ ਗਿਆ ਕਿ ਤੇ ਮੈਨੂੰ ਮਿਲ ਜਾਣ। ਸਤਿਗੁਰੂ ਜੀ ਨੇ ਗਿਣਨ ਲਈ ਕਿਹਾ। ਗਿਣਦਿਆਂ ਗਿਣਦਿਆਂ ਆਪਾਂ ਦੇਖਦੇ ਸਿੱਕੇ ਗਿਣੋ ਤੇ ਹੱਥਾਂ ਨੂੰ ਕਾਲਖ ਜੀ ਲੱਗ ਜਾਂਦੀ ਹੈ ਨਾ। ਸਤਿਗੁਰੂ ਜੀ ਕਹਿੰਦੇ ਹੱਥ ਕਾਲੇ ਕਿੱਦਾਂ ਹੋ ਗਏ? ਕਹਿੰਦਾ ਜੀ ਪੈਸੇ ਗਿਣਦੇ ਆ ਹੱਥਾਂ ਨੂੰ ਲੱਗ ਹੀ ਜਾਂਦੀ ਕਾਲਖ। ਸਤਿਗੁਰੂ ਜੀ ਕਹਿੰਦੇ ਹੱਥਾਂ ਨਾਲ ਪੈਸੇ ਗਿਣੇ ਤੇ ਹੱਥਾਂ ਨੂੰ ਕਾਲਖ, ਤੇ ਜੇ ਮਨ ਨਾਲ ਗਿਣੇਗਾ ਤੇ ਮਨ ਕਿੱਥੋਂ ਪਵਿੱਤਰ ਰਹੇਗਾ। ਜੇ ਸੁਰਤ ਮਨ ਮਾਇਆ ਵਿੱਚ ਹੀ ਰਹੀ ਫਿਰ ਸਾਡੀ ਸੁਰਤ ਪਵਿੱਤਰ ਕਿੱਥੋਂ ਰਹੇਗੀ। ਜਿਸ ਬੰਨੇ ਸਾਡੀ ਸੁਰਤ ਜਾਏਗੀ ਉਹਦਾ ਅਸਰ ਜ਼ਰੂਰ ਪਏਗਾ। ਅਸੀਂ ਤੁਰੇ ਜਾਈਏ ਨਾ, ਬਾਜ਼ਾਰ 'ਚ ਜਾਈਏ, ਜਿਸ ਰਸਤੇ ਤੇ ਕਿਤੇ ਕੱਚੇ ਰਸਤਿਆਂ ਤੋਂ ਤੁਰੇ ਜਾਈਏ ਉਸ ਰਸਤੇ ਦਾ ਮਿੱਟੀ ਘੱਟਾ ਧੂਆਂ ਧਾਵਾਂ ਡਸਟ ਜਿਹੜੀ ਹੈ ਉਹ ਸਾਡੇ ਤੇ ਉੱਡ ਕੇ ਪੈ ਜਾਂਦੀ, ਕੱਪੜਿਆਂ ਤੇ ਪੈ ਜਾਂਦੀ। ਕਈ ਵਾਰ ਆਪਾਂ ਦੇਖਦੇ ਹਾਂ ਬਾਜ਼ਾਰ 'ਚ ਇੱਕ ਵਾਰੀ ਜਾਓ ਤੇ ਐਨ ਕਾਲਖ ਲੱਗੀ ਹੁੰਦੀ ਕੱਪੜਿਆਂ ਨੂੰ, ਸਿਰ ਮੂੰਹ ਨੂੰ। ਇਸੇ ਤਰੀਕੇ ਨਾਲ ਜਿੱਧਰ ਨੂੰ ਸਰੀਰ ਕਰਕੇ ਜਾਵਾਂਗੇ ਸਰੀਰ ਤੇ ਉਹਨਾਂ ਚੀਜ਼ਾਂ ਦਾ ਅਸਰ ਪਏਗਾ, ਪਰ ਜਿੱਧਰ ਸਾਡੀ ਸੁਰਤ ਜਾਏਗੀ ਸੁਰਤ ਤੇ ਵੀ ਉਹਨਾਂ ਚੀਜ਼ਾਂ ਦਾ ਅਸਰ ਪਏਗਾ। ਸੁਰਤ ਵਿਕਾਰਾਂ 'ਚ ਜਾਏਗੀ ਅਸਰ ਪਏਗਾ, ਸੁਰਤ ਪਦਾਰਥਾਂ ਜਾਏਗੀ ਉਹਦਾ ਅਸਰ ਪਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦੇ ਪਿਆਰ 'ਚ ਸਾਡੀ ਸੁਰਤ ਜੁੜੇਗੀ, ਸਾਡੀ ਸੁਰਤ 'ਚ ਪ੍ਰਮਾਤਮਾ ਦਾ ਨਾਮ ਰਹੇਗਾ, ਉਹਦੇ ਗੁਣ ਰਹਿਣਗੇ, ਸਾਡੀ ਸੁਰਤ ਪਵਿੱਤਰ ਹੋ ਜਾਏਗੀ। ਦੁਨੀਆ 'ਚ ਕੋਈ ਚੀਜ਼ ਰੱਬ ਵਰਗੀ ਪਵਿੱਤਰ ਨਹੀਂ ਹੈ, ਹਰ ਚੀਜ਼ ਹੀ ਮੈਲੀ ਹੈ। ਗੁਰਬਾਣੀ ਦਾ ਬਚਨ ਹੈ ਕਿ ਭਾਰ 18 ਸਗਲ ਜੂਠਾਰੇ। ਆਹ ਧਰਤੀ ਨੂੰ 18 ਭਾਰ ਗਿਣਿਆ ਜਾਂਦਾ ਹੈ। ਕਹਿੰਦੇ ਸਾਰੀ ਜੂਠੀ ਹੈ ਇਹ ਧਰਤੀ, ਇੱਥੇ ਕੋਈ ਥਾਂ ਪਵਿੱਤਰ ਨਹੀਂ ਹੈ। ਕੇਵਲ ਪਵਿੱਤਰ ਪ੍ਰਮਾਤਮਾ ਦਾ ਨਾਮ ਹੈ। ਜਿਹੜੇ ਹਰ ਵੇਲੇ ਪ੍ਰਮਾਤਮਾ ਦੀ ਚਰਨ ਸਰਨ 'ਚ ਜੁੜੇ ਰਹਿੰਦੇ ਨੇ, ਹਰ ਚਰਨ ਪ੍ਰੀਤ ਨੀਤ ਨੀਤ, ਜਿਨ੍ਹਾਂ ਦੀ ਪ੍ਰਭੂ ਦੇ ਚਰਨਾਂ ਨਾਲ ਨਿਤ ਪ੍ਰੀਤ ਹੈ। ਪਾਵਨਾ ਮੈਂ ਮਹਾਪਨੀਤ। ਸਤਿਗੁਰੂ ਜੀ ਕਹਿੰਦੇ ਉਹ ਪਵਿੱਤਰ ਤੋਂ ਮਹਾਨ ਪਵਿੱਤਰ ਬਣ ਜਾਂਦੇ ਨੇ। ਇੰਨੇ ਪਵਿੱਤਰ ਬਣ ਜਾਂਦੇ ਨੇ ਉਹ ਆਪ ਤੇ ਪਵਿੱਤਰ ਹੁੰਦੇ ਹੀ ਨੇ।
ਉਹ ਜਿੱਥੇ ਜਾਣ ਉਸ ਅਸਥਾਨ ਨੂੰ ਹੀ ਪਵਿੱਤਰ ਕਰ ਦਿੰਦੇ ਨੇ। ਰੱਬ ਦੇ ਪਿਆਰੇ ਜਿੱਥੇ ਬੈਠ ਜਾਣ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ, ਉਹ ਧਰਤੀ ਮਹਾਨ ਬਣ ਜਾਂਦੀ ਹੈ। ਰੱਬ ਦੇ ਪਿਆਰਿਆਂ ਦੀ ਜਿਹੜਾ ਸੰਗਤ ਵਿੱਚ ਜਿਹੜਾ ਬੰਦਾ ਬੈਠੇ ਉਹ ਵੀ ਪਵਿੱਤਰ ਹੋ ਜਾਂਦਾ ਹੈ। ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਅੰਦਰ ਇੱਕ ਬਚਨ ਲਿਖਿਆ ਹੈ ਕਿ ਦੁਨੀਆ ਦੇ ਲੋਕੋ ਜਿਵੇਂ ਗੰਗਾ ਕੇ ਸੰਗ ਸਲਿਤਾ ਬਿਗਰੀ, ਸੋ ਸਲਿਤਾ ਗੰਗਾ ਹੋਏ ਨਿਵਰੀ। ਸਲਿਤਾ ਕਹਿੰਦੇ ਨੇ ਨਦੀ ਨੂੰ, ਦਰਿਆ ਨੂੰ। ਗੰਗਾ 'ਚ ਜਿੰਨੀਆਂ ਨਦੀਆਂ ਡਿੱਗਦੀਆਂ ਨੇ ਉਹ ਨਦੀਆਂ ਗੰਗਾ ਹੀ ਸਮਝੀਆਂ ਜਾਂਦੀਆਂ ਨੇ, ਗੰਗਾ ਦਾ ਰੂਪ ਬਣ ਜਾਂਦੀਆਂ ਨੇ। ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਵਰਿਓ। ਚੰਦਨ ਦੇ ਕੋਲ ਰਹਿਣ ਵਾਲੇ ਜਿੰਨੇ ਦਰਖਤ ਨੇ ਕਹਿੰਦੇ ਉਹ ਵੀ ਸੁਗੰਧਿਤ ਹੋ ਜਾਂਦੇ ਨੇ, ਚੰਦਨ ਦਾ ਉਹਨਾਂ ਤੇ ਅਸਰ ਪੈਂਦਾ, ਉਹ ਵੀ ਸੁਗੰਧਿਤ ਹੋ ਜਾਂਦੇ ਨੇ। ਕਹਿਣ ਲੱਗੇ ਬਿਲਕੁਲ ਇਸ ਤਰ੍ਹਾਂ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰ ਰਾਮੇ ਹੋਏ ਨਿਵਰਿਓ। ਸੰਤਾਂ ਦੀ ਸੰਗਤ ਵਿੱਚ ਬੈਠ ਕੇ ਕਬੀਰ ਵਿਗੜ ਗਿਆ। ਕਬੀਰ ਇੰਨਾ ਪਵਿੱਤਰ ਹੋ ਗਿਆ ਕਿ ਰੱਬ ਦਾ ਰੂਹ ਬਣ ਗਿਆ, ਰੱਬ ਵਿੱਚ ਵਿਲੀਨ ਹੋ ਗਿਆ। ਸਤ ਸੰਗਤ ਸਾਡੀ ਮੈਲ ਉਤਾਰਦੀ ਹੈ। ਵਾਹਿਗੁਰੂ ਜੀ ਦਾ ਨਾਮ ਸਾਡੇ ਮਨ ਦੀ ਮੈਲ ਨੂੰ ਉਤਾਰਦਾ ਹੈ। ਦੁਨੀਆ 'ਚ ਦੁੱਖ ਕੋਈ ਨਹੀਂ ਹੈ। ਇਹ ਜ਼ਿੰਦਗੀ ਵਾਹਿਗੁਰੂ ਜੀ ਨੇ ਸੁੱਖ ਮੰਨਣ ਲਈ ਦਿੱਤੀ ਹੈ। ਬੜੀ ਮਹਾਨ ਜ਼ਿੰਦਗੀ ਹੈ, ਸਰਬ ਸ੍ਰੇਸ਼ਟ ਤੇ ਉੱਤਮ ਜ਼ਿੰਦਗੀ ਇਸ ਪਲੈਨਟ ਦੇ ਉੱਪਰ। ਪਰ ਬੰਦਾ ਦੁਖੀ ਕਿਉਂ ਹੈ? ਦੁੱਖਾਂ ਦਾ ਕਾਰਨ ਕਿ ਅੰਦਰ ਮੈਲ ਹੈ। ਦੇਖੋ ਨਾ, ਮੈਲ ਕਿਤੇ ਭੋਜਨ 'ਚ ਹੋਏ ਤੇ ਉਹ ਦੁਖਦਾਈ ਹੁੰਦੀ ਹੈ। ਮੈਲ ਕੱਪੜਿਆਂ ਨੂੰ ਲੱਗੀ ਹੋਏ ਉਹ ਬਿਮਾਰੀਆਂ ਪੈਦਾ ਕਰਦੀ ਹੈ। ਮੈਲ ਘਰ ਦੇ ਵਿੱਚ ਹੋਏ, ਕਿਸੇ ਚੀਜ਼ 'ਚ ਮੈਲ ਹੋਏ ਉਹ ਦੁੱਖਾਂ ਦਾ ਕਾਰਨ ਬਣਦੀ ਹੈ। ਤੇ ਜੇ ਮਨੁੱਖ ਦੀ ਸੁਰਤ 'ਚ ਹੀ ਮੈਲ ਹੋਏ, ਮਨ 'ਚ ਹੀ ਮੈਲ ਹੋਏ ਤੇ ਉੱਥੇ ਸੁੱਖ ਕਿੱਥੋਂ ਵਰਤੇਗਾ? ਬਾਹਰੋਂ ਭਾਵੇਂ ਜਿੰਨੇ ਮਰਜ਼ੀ ਬੰਦੇ ਨੇ ਸਾਫ਼ ਸੁਥਰੇ ਚਿੱਟੇ ਕੱਪੜੇ ਪਾਏ ਹੋਣ, ਪਰ ਮਨ ਮੈਲ ਹੈ ਤੇ ਬਾਹਰਲੀ ਪਵਿੱਤਰਤਾ ਕਿਸੇ ਅਰਥ ਨਹੀਂ ਹੈ। ਗੁਰਬਾਣੀ ਕਹਿੰਦੀ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕੇਵਲ ਸਰੀਰ ਨੂੰ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੋ ਜਾਣਾ, ਸਰੀਰ ਵੀ ਸਾਫ਼ ਹੋਣਾ ਚਾਹੀਦਾ ਹੈ, ਲੇਕਿਨ ਮਨ ਸਾਫ਼ ਹੋਣਾ ਬੜਾ ਜ਼ਰੂਰੀ ਹੈ। ਜੇ ਮਨ ਸਾਫ਼ ਹੈ ਤੇ ਸਾਡੀ ਜ਼ਿੰਦਗੀ ਸਫਲ ਹੈ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਉਹ ਵਪਾਰੀ ਵਣਜਾਰੇ ਭਲੇ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਇਸ ਰਤਨ ਨੂੰ ਖੱਟ ਲਿਆ, ਮਾਣ ਲਿਆ, ਜ਼ਿੰਦਗੀ ਦਾ ਲਾਹਾ ਲੈ ਲਿਆ। ਜ਼ਿੰਦਗੀ ਦਾ ਲਾਹਾ ਉਹਨਾਂ ਨੇ ਮਾਣਿਆ ਜਿਹੜੇ ਮਨ ਕਰਕੇ ਨਿਰਮਲ ਹੋ ਗਏ। ਮਨ ਕਰਕੇ ਨਿਰਮਲ ਹੋਣਾ ਹੀ ਬੜਾ ਔਖਾ ਹੈ। ਜਿੱਥੋਂ ਤੱਕ ਤਨ ਦੀ ਗੱਲ ਹੈ ਨਾ, ਤਨ ਦਾ ਤੇ ਜੋ ਸੁਭਾਅ ਇਵੇਂ ਰਹਿਣਾ ਹੈ। ਸਰੀਰਕ ਤੰਦਰੁਸਤੀ ਲਈ ਸਾਫ਼ ਸੁਥਰੇ ਰਹਿਣਾ, ਨਹਾਉਣਾ ਧੋਣਾ ਬੜੀ ਉੱਤਮ ਗੱਲ ਹੈ। ਪਰ ਜੇ ਕਹੀਏ ਕਿ ਤਨ ਸੁੱਚਾ ਹੋ ਜਾਏਗਾ, ਕਦੀ ਨਹੀਂ ਹੋਏਗਾ। ਗੁਰਬਾਣੀ ਕਹਿੰਦੀ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਕੋਈ ਮਿੱਟੀ ਦੀ ਚੀਜ਼ ਹੈ, ਕੋਈ ਮੂਰਤ ਹੈ, ਤੁਸੀਂ ਕਹੋਗੇ ਧੋ ਕੇ ਨਾ ਇਹਨੂੰ ਅਸੀਂ ਸਾਫ਼ ਕਰ ਦੇਣਾ। ਜਿੰਨਾ ਧੋਗੇ ਉਨੀ ਮਿੱਟੀ ਲੱਥਦੀ ਜਾਣੀ ਹੈ, ਉਹ ਪਾਣੀ ਮੈਲਾ ਹੁੰਦਾ ਜਾਣਾ ਜਿੰਨੇ ਪਾਣੀ ਨਾਲ ਧੋਵੋਗੇ। ਮਨੁੱਖ ਦੀ ਸਰੀਰ ਦੀ ਵੀ ਇਹੀ ਹਾਲਤ ਹੈ, ਇਹ ਵੀ ਮਿੱਟੀ ਦਾ ਹੀ ਬਣਿਆ। ਹਰ ਰੋਜ਼ ਆਪਾਂ ਦੇਖਦੇ ਮੈਲ ਨਿਕਲਦੀ ਹੈ, ਗੰਦਗੀ ਨਿਕਲਦੀ ਹੈ, ਪਸੀਨਾ ਨਿਕਲਦਾ ਹੈ। ਅਸੀਂ ਬੜਾ ਇਹਨੂੰ ਸਾਫ਼ ਕਰਦੇ, ਚੰਗੇ ਸਾਬਣ ਲਾਉਂਦੇ ਹਾਂ, ਚੰਗੇ ਸੈਂਟ ਲਾਉਂਦੇ, ਫਿਰ ਸਰੀਰ ਦੇ ਵਿੱਚੋਂ ਸਮੈਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸਰੀਰ ਤਾਂ ਇਦਾਂ ਦਾ ਹੀ ਰਹਿਣਾ ਹੈ, ਲੇਕਿਨ ਜਿਹੜੇ ਮਨ ਕਰਕੇ ਪਵਿੱਤਰ ਹੋ ਜਾਂਦੇ ਨੇ ਉਹਨਾਂ ਦਾ ਤਨ ਵੀ ਪੂਜਨੀਕ ਹੋ ਜਾਂਦਾ ਹੈ। ਉਹਨਾਂ ਦੇ ਤਨ ਨੂੰ ਵੀ ਲੋਕੀ ਨਮਸਕਾਰਾਂ ਕਰਦੇ ਨੇ। ਗੁਰੂ ਬਾਬਾ ਜੀ ਕਹਿੰਦੇ ਉਹ ਜਿੱਥੇ ਜਾ ਕੇ ਬੈਠ ਜਾਣ, ਰੱਬ ਦਾ ਪਿਆਰਾ ਜਿੱਥੇ ਬੈਠ ਜਾਏ ਨਾ, ਉਹ ਧਰਤੀ ਇੰਨੀ ਪਵਿੱਤਰ ਹੋ ਜਾਂਦੀ ਹੈ, ਲੋਕੀ ਉਹਨੂੰ ਵੀ ਤੀਰਥ ਹੀ ਗਿਣਦੇ ਨੇ। ਰੱਬ ਦੇ ਪਿਆਰਿਆਂ ਦੇ ਚਰਨਾਂ 'ਚ ਤੇ ਕਰੋੜਾਂ ਤੀਰਥ ਤੁਰੇ ਫਿਰਦੇ ਨੇ, ਲੋਕੀ ਤੀਰਥਾਂ ਤੇ ਜਾਂਦੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿ ਕਬੀਰ ਹਉ ਭਿਆ ਉਦਾਸ, ਤੀਰਥ ਵੱਡਾ ਕੇ ਹਰ ਕਾ ਦਾਸ। ਕਹਿੰਦੇ ਮੈਂ ਚਿੰਤਾ 'ਚ ਪੈ ਗਿਆ, ਮੈਨੂੰ ਸਮਝ ਨਹੀਂ ਆਈ ਕਿ ਤੀਰਥ ਵੱਡਾ ਕਿ ਰੱਬ ਦਾ ਦਾਸ ਵੱਡਾ। ਇੱਥੇ ਰੱਬ ਦਾ ਦਾਸ ਵੱਡਾ। ਜਿੱਥੇ ਰੱਬ ਦਾ ਦਾਸ ਬੈਠ ਜਾਏ ਉੱਥੇ ਤੀਰਥ ਹੀ ਬਣ ਜਾਂਦਾ, ਦੁਨੀਆ ਜੁੜਨ ਲੱਗ ਪੈਂਦੀ ਹੈ। ਰੱਬ ਦਾ ਦਾਸ ਜਿੱਥੇ ਬੈਠੇ ਲੋਕਾਂ ਨੂੰ ਨਾਮ ਨਾਲ ਜੋੜਦਾ, ਨਾਮ ਵੱਡਾ ਤੀਰਥ ਹੈ। ਰੱਬ ਦਾ ਦਾਸ ਜਿੱਥੇ ਬੈਠੇ ਉਹ ਸਤ ਸੰਗਤ ਜੁੜਦੀ, ਸਤ ਸੰਗਤ ਸਭ ਤੋਂ ਵੱਡਾ ਤੀਰਥ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਜਿਹੜੇ ਰੱਬ ਦੇ ਪਿਆਰ ਵਿੱਚ ਜੁੜਦੇ ਨੇ, ਹਰ ਚਰਨ ਪ੍ਰੀਤ ਨੀਤ ਨੀਤ, ਪਾਵਨਾ ਮੈਂ ਮਹਾ ਪੁਨੀਤ। ਜਿਹੜੇ ਨਿਤ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਨੇ ਉਹ ਪਵਿੱਤਰ ਤੋਂ ਮਹਾਨ ਪਵਿੱਤਰ ਬਣ ਜਾਂਦੇ ਨੇ। ਇੰਨੇ ਪਵਿੱਤਰ ਬਣ ਜਾਂਦੇ ਨੇ ਕਿ ਜਿੱਥੇ ਜਾਣ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ। ਸੇਵਕ ਪੈ ਦੂਰ ਕਰਨ, ਕਲ ਮਲ ਦੋਖ ਜਾਰੇ।
ਕਈ ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ ਨੇ, ਪਰਮਾਤਮਾ ਉਹਨਾਂ ਦੇ ਸਾਰੇ ਡਰ ਦੂਰ ਕਰ ਦਿੰਦਾ ਹੈ। ਪਰਮਾਤਮਾ ਨਿਰਭਉ ਹੈ। ਉਹ ਨਿਰਭਉ ਦੇ ਪਿਆਰ ਜੁੜਿਆ ਮਨੁੱਖ ਦੇ ਭਉ ਵੀ ਕੱਟੇ ਜਾਂਦੇ ਨੇ। ਗੁਰਬਾਣੀ ਕਹਿੰਦੀ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਨ੍ਹਾਂ ਨੇ ਨਿਰਭਉ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਡਰ ਮਿਟ ਗਏ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗੁਵਾਸੀ। ਜਿਨ੍ਹਾਂ ਨੇ ਨਿਰਭਉ ਦਾ ਸਿਮਰਨ ਕੀਤਾ ਉਹਨਾਂ ਦੇ ਸਾਰੇ ਡਰ ਮਿਟ ਗਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਜ਼ਿੰਦਗੀ 'ਚ ਡਰ ਤੋਂ ਮੁਕਤ ਹੋਣਾ ਫਿਰ ਨਿਰਭਉ ਹੋਏ ਭਜੋ ਭਗਵਾਨ। ਪਰਮਾਤਮਾ ਦਾ ਸਿਮਰਨ ਕਰੋ ਜੇ ਨਿਰਭਉ ਹੋਣੇ। ਰੱਬ ਦੇ ਪਿਆਰੇ ਆਪ ਨਿਰਭਉ ਹੋ ਜਾਂਦੇ ਨੇ। ਉਹ ਨਾ ਕਿਸੇ ਤੋਂ ਡਰਦੇ ਤੇ ਨਾ ਕਿਸੇ ਨੂੰ ਡਰਾਉਂਦੇ ਨੇ। ਮਨੁੱਖ ਡਰੇ ਜਾਂ ਡਰਾਏ ਉਹ ਮਨੁੱਖ ਨਹੀਂ ਹੈ। ਆਪਣੇ ਆਪ ਨੂੰ ਜਿੰਨਾ ਮਰਜ਼ੀ ਉਹ ਵੱਡਾ ਖਵਾਈ ਜਾਏ, ਜੋ ਡਰਦਾ ਹੀ ਹੈ ਤੇ ਉਹ ਕਾਹਦਾ ਮਨੁੱਖ ਹੈ। ਰੱਬ ਦੇ ਪਿਆਰਿਆਂ ਦੀ ਇਹ ਪਹਿਚਾਣ ਹੈ ਕਿ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨਾ ਤੇ ਕਿਸੇ ਕੋਲੋਂ ਡਰਦੇ ਨੇ ਤੇ ਨਾ ਕਿਸੇ ਨੂੰ ਉਹ ਡਰਾਉਂਦੇ ਨੇ। ਰੱਬ ਦੇ ਪਿਆਰ ਜੁੜ ਕੇ ਉਹ ਨਿਰਭਉ ਹੋ ਜਾਂਦੇ ਨੇ। ਜੇ ਰੱਬ ਦੇ ਪਿਆਰ 'ਚ ਜੁੜ ਕੇ ਵੀ ਡਰੀ ਰਹਿਣਾ ਹੈ ਜਾਂ ਅਸੀਂ ਲੋਕਾਂ ਨੂੰ ਡਰਾਉਂਦੇ ਰਹਿਣਾ ਤੇ ਉਹ ਰੱਬ ਦਾ ਪਿਆਰ ਕਾਹਦਾ ਹੋਇਆ। ਰੱਬ ਦਾ ਪਿਆਰਾ ਕਿਸੇ ਨੂੰ ਨਹੀਂ ਡਰਾਉਂਦਾ। ਆ ਧਰਮ ਦੀ ਦੁਨੀਆ 'ਚ ਜਿਹੜੇ ਡਰਾਉਣ ਵਾਲੇ ਨੇ ਇਹ ਰੱਬ ਦੇ ਪਿਆਰੇ ਹੀ ਨਹੀਂ, ਰੱਬ ਦੇ ਨਾਂ ਤੇ ਅਡੰਬਰ ਬਹੁਤ ਕਰਦੇ ਨੇ। ਡਰਾ ਕੇ ਲੋਕਾਂ ਕੋਲ ਮੱਥੇ ਟਿਕਾਈ ਚਲੇ ਜਾਂਦੇ ਨੇ। ਲੋਕਾਂ ਦੇ ਅੰਦਰ ਹੀਣ ਭਾਵਨਾ ਪੈਦਾ ਕਰਤੀ, ਸਹਿਮ ਪੈਦਾ ਕਰਤਾ। ਔਰ ਮਨੁੱਖ ਜਿਹੜਾ ਡਰਿਆ ਹੋਇਆ, ਮਨ ਕਰਕੇ ਡਰਿਆ ਹੋਇਆ, ਬਹੁਤਾਂ ਤੋਂ ਲੁਕਾਈ ਜਿਹੜੀ ਡਰਦੀ ਧਰਮ ਸਥਾਨਾਂ ਤੇ ਭੱਜੀ ਫਿਰਦੀ ਹੈ, ਡਰਦੀ ਭੱਜੀ ਫਿਰਦੀ ਹੈ। ਇੱਥੇ ਨਾ ਗਏ ਨੁਕਸਾਨ ਹੋ ਜਾਏਗਾ, ਉਹ ਹੋ ਜਾਏਗਾ, ਇਹ ਮਿਲ ਜਾਏਗਾ, ਇਹ ਨਹੀਂ ਮਿਲੇਗਾ। ਰੱਬ ਦਾ ਪਿਆਰਾ ਤਾਂ ਲੋਕਾਂ ਦੇ ਡਰ ਕੱਟਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਰੱਬ ਦੇ ਪਿਆਰ ਵਿੱਚ ਜੁੜ ਗਏ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸੇਵਕ ਭੈ ਦੂਰ ਕਰਨ ਕਲ ਮਲ ਦੋਖ ਜਾਰੇ। ਰੱਬ ਦੇ ਪਿਆਰਿਆਂ ਦੇ ਸਾਰੇ ਡਰ ਦੂਰ ਹੋ ਗਏ। ਕਲਮਲ ਦੋਖ ਜਾਰੇ। ਕਲਮਲ ਦਾ ਅਰਥ ਹੈ ਪਾਪ, ਦੋਖ ਦਾ ਅਰਥ ਵੀ ਪਾਪ ਅਵਗੁਣ ਹੈ। ਜਿਹੜੇ ਰੱਬ ਦੇ ਪਿਆਰ ਵਿੱਚ ਜੁੜੇ ਉਹਨਾਂ ਦੇ ਸਾਰੇ ਦੋਖ ਮਿਟ ਗਏ, ਉਹਨਾਂ ਦੇ ਪਾਪ ਮਿਟ ਗਏ, ਅੰਦਰੋਂ ਸੜ ਗਏ ਉਹਨਾਂ ਦੇ ਪਾਪ। ਪਰਮਾਤਮਾ ਦੇ ਨਾਮ ਨਾਲ ਅੰਦਰੋਂ ਉਹਨਾਂ ਦੇ ਪਾਪ ਸੜ ਗਏ। ਉਹਨਾਂ ਦਾ ਚਿੱਤ ਜਿਹੜਾ ਸੀ, ਹਿਰਦਾ ਜਿਹੜਾ ਸੀ, ਉਹ ਪਵਿੱਤਰ ਹੋ ਗਿਆ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਮਨੁੱਖ ਅਨੇਕਾਂ ਪਾਪ ਜ਼ਿੰਦਗੀ 'ਚ, ਦੇਖੋ ਹਰ ਬੰਦੇ ਕੋਲੋਂ ਔਗਣ ਹੁੰਦੇ ਨੇ। ਕੋਈ ਬੰਦਾ ਨਹੀਂ ਕਹਿ ਸਕਦਾ ਕਿ ਮੈਂ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ, ਮੈਂ ਜ਼ਿੰਦਗੀ 'ਚ ਕਿਸੇ ਦਾ ਹੱਕ ਨਹੀਂ ਮਾਰਿਆ। ਜਾਣੇ ਅਣਜਾਣੇ ਮਨੁੱਖ ਦੇ ਕੋਲੋਂ ਇਸ ਸਮਾਜ 'ਚ ਵਿਚਰਦਿਆਂ ਬਹੁਤ ਗਲਤੀਆਂ ਹੁੰਦੀਆਂ ਨੇ, ਨਾ ਚਾਹੁੰਦੀਆਂ ਵੀ ਕਈ ਵਾਰਾਂ ਹੋ ਜਾਂਦੀਆਂ ਨੇ, ਪਤਾ ਹੀ ਨਹੀਂ ਲੱਗਦਾ। ਲੇਕਿਨ ਸਤਿਗੁਰੂ ਜੀ ਕਹਿੰਦੇ ਅਨੇਕਾਂ ਜਨਮਾਂ ਦੇ ਪਾਪ ਮਨੁੱਖ ਨੇ ਕੀਤੇ ਹੋਣ। ਲੇਕਿਨ ਜਿਵੇਂ ਨਿੱਕੀ ਜੀ ਥੋੜੀ ਜੀ ਅੱਗ ਦੀ ਚੰਗਿਆੜੀ ਜਿਹੜੀ ਹੈ ਉਹ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਤਿਵੇਂ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਨਾ ਉਹ ਮਨੁੱਖ ਦੇ ਅੰਦਰੋਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਥੋੜਾ ਚਿਰ ਵੀ ਵਾਹਿਗੁਰੂ ਜੀ ਦੇ ਪਿਆਰ ਤੋਂ ਤੁਸੀਂ ਜੁੜ ਜਾਓ। ਗੁਰਬਾਣੀ 'ਚ ਕਹਿੰਦੀ ਕਰੋੜਾਂ ਮਣ ਭਾਰ ਰੂਹ ਇਕੱਠਾ ਕੀਤਾ ਹੋਏ, ਉਹਦੇ ਵਿੱਚ ਥੋੜੀ ਜੀ ਲਿਆ ਕੇ ਅੱਗ ਰੱਖ ਦਿਓ, ਉਹ ਅੱਗ ਜਿਹੜੀ ਉਹਨੂੰ ਸਾੜ ਕੇ ਸੁਆਹ ਕਰ ਦੇਵੇਗੀ। ਇਸ ਕਰਕੇ ਜ਼ਿੰਦਗੀ ਅੰਦਰ ਅਸੀਂ ਭੁੱਲਣਹਾਰ ਹਾਂ, ਪਰ ਜੇ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਵਾਂਗੇ, ਵਾਹਿਗੁਰੂ ਜੀ ਦਾ ਨਾਮ ਸਾਡੇ ਅੰਦਰੋਂ ਇਸ ਪਾਪਾਂ ਦੀ ਮੈਲ ਨੂੰ ਸਾੜ ਦੇਵੇਗਾ, ਖਤਮ ਕਰ ਦੇਵੇਗਾ। ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ। ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ। ਮੁਕਤ ਦਾ ਅਰਥ ਹੈ ਸੁਤੰਤਰ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ, ਮੋਹ ਮਾਇਆ ਤੋਂ ਉੱਚੇ ਉੱਠ ਜਾਂਦੇ ਨੇ। ਸੁਨਤ ਮੁਕਤ, ਜਿਹੜੇ ਸੁਣਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ। ਰਹਿਤ ਜਨਮ ਰਹਿਤੇ। ਰਹਿਤ ਦਾ ਅਰਥ ਹੁੰਦਾ ਹੈ ਰਹਿਣੀ, ਜਿਹਨੂੰ ਆਪਾਂ ਕਹਿੰਦੇ ਹਾਂ ਰਹਿਤ ਵਿੱਚ ਰਹਿਣਾ। ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਵਾਲਿਆਂ ਦੀ ਜ਼ਿੰਦਗੀ ਦੀ ਕੋਈ ਰੀਤ ਹੈ। ਆਪਾਂ ਦੇਖਦੇ ਹਾਂ ਕਿਸੇ ਵੀ ਤੁਸੀਂ ਇੰਸਟੀਚਿਊਟ ਜਾਓ, ਅਦਾਰੇ ਜਾਓ, ਕਿਸੇ ਸੰਸਥਾ ਜਾਓ, ਉਸ ਸੰਸਥਾ ਦੇ ਕੁਝ ਨਾ ਕੁਝ ਕਾਨੂੰਨ ਹੁੰਦੇ ਨੇ, ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ, ਉੱਥੇ ਰਹਿਣ ਦੀ ਕੋਈ ਮਾਣ ਮਰਜ਼ਾਦਾ ਹੁੰਦੀ ਹੈ। ਉਵੇਂ ਵੀ ਆਪਾਂ ਦੇਖਦੇ ਹਾਂ ਚੋਰਾਂ ਦਾ ਆਪਣਾ ਜੀਉਣ ਦਾ ਢੰਗ ਹੈ, ਅਮਲੀਆਂ ਦਾ ਆਪਣੇ ਨਿਯਮ ਹੁੰਦੇ ਨੇ, ਜੁਆਰੀਆਂ ਦੇ ਆਪਣੇ ਨਿਯਮ ਹੁੰਦੇ ਨੇ। ਇਵੇਂ ਰੱਬ ਦੇ ਪਿਆਰਿਆਂ ਦੀ ਵੀ ਜ਼ਿੰਦਗੀ ਦੇ ਕੁਝ ਨਿਯਮ ਨੇ, ਮਨੁੱਖ ਦੀ ਜ਼ਿੰਦਗੀ ਦੇ ਕੁਝ ਨਿਯਮ ਹੋਣੇ ਚਾਹੀਦੇ ਨੇ। ਤੇ ਗੁਰਬਾਣੀ ਕਹਿੰਦੀ ਜੇ ਆਪਾਂ ਜ਼ਿੰਦਗੀ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਕਵਾਂਗੇ, ਮੁਖ ਤੋਂ ਸੁਣਾਂਗੇ ਵੀ ਕੰਨਾਂ ਤੋਂ, ਤੇ ਉਸ ਅਨੁਸਾਰ ਰਵਾਂਗੇ। ਇੱਕ ਹੁੰਦਾ ਕੇਵਲ ਮੁਖ ਤੋਂ ਕਹਿਣਾ,
ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਥਨੀ ਕੈ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਕੇਵਲ ਗੱਲਾਂ ਬਾਤਾਂ ਦੇ ਨਾਲ ਅਸੀਂ ਭਰਮ ਦੇ ਹਨੇਰੇ ਤੋਂ ਮੁਕਤ ਨਹੀਂ ਹੋਣਾ। ਗਾਏ ਸੁਨੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲੋ ਨਾ ਕਮਾਈਐ। ਕੇਵਲ ਗਾਇਆ, ਕੇਵਲ ਸੁਣਿਆ, ਕੇਵਲ ਅੱਖਾਂ ਮੀਟਿਆਂ ਸਾਨੂੰ ਕੋ ਪਰਮ ਪਦਵੀ ਨਹੀਂ ਮਿਲ ਜਾਣੀ। ਜੋ ਅਸੀਂ ਗਾਉਂਦੇ ਹਾਂ, ਜੋ ਆਪਾਂ ਸੁਣਦੇ ਹਾਂ, ਉਹ ਜਿਹੀ ਸਾਨੂੰ ਜ਼ਿੰਦਗੀ ਬਣਾਉਣੀ ਪਏਗੀ। ਜੇ ਅਸੀਂ ਕਹਿੰਦੇ ਹਾਂ ਕਿ ਭਾਈ ਪਰਮਾਤਮਾ ਦਾ ਨਾਮ ਜਪੋ ਤੇ ਸਾਨੂੰ ਵੀ ਜਪਣਾ ਪਏਗਾ। ਜੇ ਅਸੀਂ ਕਹਿੰਦੇ ਭਾਈ ਕਿਸੇ ਦਾ ਬੁਰਾ ਨਾ ਕਰੋ, ਅਸੀਂ ਫਿਰ ਨਾ ਬੁਰਾ ਕਰੀਏ, ਇਹੀ ਹੈ ਨਾ ਉਹ ਰਹਿਤ ਧਾਰਨ ਕਰਨ ਵਾਲੀ ਗੱਲ। ਜੇ ਅਸੀਂ ਕਹਿੰਦੇ ਕਿ ਹੱਕ ਪਰਾਇਆ ਨਾਨਕਾ ਉਸਵਰ ਸਗਾਏ, ਜੇ ਅਸੀਂ ਕਹਿੰਦੇ ਪਰਾਇਆ ਹੱਕ ਮਾੜਾ ਤੇ ਆਪਾਂ ਵੀ ਪਰਾਇਆ ਹੱਕ ਮਾਰਨਾ ਬੰਦ ਕਰ ਦਈਏ। ਪਰਾਇਆ ਹੱਕ ਕਈ ਤਰੀਕੇ ਨਾਲ ਅਸੀਂ ਮਾਰਦੇ ਹਾਂ, ਕਈਆਂ ਦਾ ਟਾਈਮ ਬਰਬਾਦ ਕਰਦੇ ਵੀ ਤੇ ਪਰਾਇਆ ਹੱਕ ਹੀ ਹੈ। ਇਸ ਕਰਕੇ ਜੋ ਆਪਾਂ ਕਹਿੰਦੇ ਹਾਂ ਉਹ ਜੀ ਸਾਡੀ ਜ਼ਿੰਦਗੀ ਬਣ ਜਾਏ। ਸਤਿਗੁਰੂ ਜੀ ਨੇ ਕਿਹਾ ਸੀ ਮੱਕੇ ਦੇ ਹਾਜੀਆਂ ਨੂੰ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜੇ ਸਾਡੇ ਅਮਲ ਵਧੀਆ ਨਹੀਂ ਹੈ, ਕੇਵਲ ਕਰਨੀ ਵਧੀਆ ਹੈ, ਦਿਖਾਵਾ ਵਧੀਆ ਹੈ, ਕਹਿਣੀ ਵਧੀਆ ਹੈ, ਕਰਨੀ ਵਧੀਆ ਨਹੀਂ ਹੈ, ਤੇ ਸਤਿਗੁਰੂ ਜੀ ਕਹਿੰਦੇ ਫਿਰ ਤੇ ਰੋਣਾ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਜਹ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਘਟੇ ਘਟ। ਜੇ ਮਨੁੱਖ ਦੀ ਕਰਨੀ ਹੈ, ਰਹਿਤ ਹੈ, ਤੇ ਮਨੁੱਖ ਸਭ ਤੋਂ ਸਿਆਣਾ ਹੈ। ਜੇ ਮਨੁੱਖ ਦੀ ਕਰਨੀ ਨਹੀਂ ਹੈ ਤੇ ਬਾਹਰੋਂ ਜੋ ਕੁਝ ਮਰਜ਼ੀ ਕਰੀ ਜਾਏ ਦਿਖਾਵਾ, ਉਹ ਘਾਟੇ ਚ ਰਹੇਗਾ, ਅੱਗੇ ਨਹੀਂ ਵੱਧ ਸਕੇਗਾ। ਕਰਨੀ ਕੁਆਲਿਟੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਹਿਤ ਮੁਕਤ ਸੁਨਤ ਮੁਕਤ, ਰਹਿਤ ਜਨਮ ਰਹਤੇ। ਵੀ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਸੁਣਦੇ ਨੇ ਉਹ ਵੀ ਮੁਕਤ ਹੋ ਜਾਂਦੇ ਨੇ, ਜਿਹੜੇ ਵਾਹਿਗੁਰੂ ਜੀ ਦੀ ਰਹਿਤ ਵਿੱਚ ਰਹਿੰਦੇ ਨੇ। ਵਾਹਿਗੁਰੂ ਜੀ ਦੀ ਰਹਿਤ ਕਿਹੋ ਜੀ ਹੈ? ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ 'ਚ ਇਹ ਗੱਲ ਕਹੀ ਹੈ ਕਿ ਇਹ ਧਰਤੀ, ਇਹ ਆਕਾਸ਼, ਇਹ ਸੂਰਜ, ਇਹ ਪੌਣ, ਇਹ ਪਾਣੀ, ਇਹ ਅੱਗ, ਇਹਦੀ ਕੋਈ ਰਹਿਤ ਆ ਨਾ, ਇਹਦਾ ਸੁਭਾਅ ਹੈ। ਸੁਖਮਨੀ ਸਾਹਿਬ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਜਿਵੇਂ ਪਾਣੀ ਦਾ ਸੁਭਾਅ ਹੈ, ਜਿਵੇਂ ਸੂਰਜ ਦਾ ਸੁਭਾਅ ਹੈ, ਜਿਵੇਂ ਧਰਤੀ ਦਾ ਸੁਭਾਅ ਹੈ, ਇਹੋ ਜਿਹੀ ਰਹਿਤ ਜਦੋਂ ਬਣ ਜਾਏਗੀ। ਇੱਕ ਹੁੰਦਾ ਧਰਮੀ ਅਖਵਾ ਲੈਣਾ ਜਾਂ ਬਾਹਰੋਂ ਧਰਮ ਦਾ ਦਿਖਾਵਾ ਕਰ ਲੈਣਾ, ਲੇਕਿਨ ਉਹ ਧਰਮ ਵਾਲਾ ਜਜ਼ਬਾ, ਧਰਮ ਵਾਲਾ ਸੁਭਾਅ ਮਨੁੱਖ ਦੇ ਅੰਦਰ ਜਦੋਂ ਆਏਗਾ, ਉਹਨੂੰ ਆਪਾਂ ਕਹਿੰਦੇ ਰਹਿਤ। ਹੁਣ ਰੱਬ ਦੇ ਪਿਆਰਿਆਂ ਦੀ ਰਹਿਤ ਕਿਹੋ ਜਿਹੀ ਹੈ? ਗੁਰਬਾਣੀ 'ਚ ਬਚਨ ਕਿ ਸੰਤ ਰਹਿਤ ਸੁਣੋ ਮੇਰੇ ਭਾਈ। ਰੱਬ ਦੇ ਪਿਆਰਿਆਂ ਦੀ ਰਹਿਤ ਸੁਣੋ ਹੈ ਕੀ ਹੈ। ਜਿਸ ਰਹਿਤ ਦੀ ਗੱਲ ਸਤਿਗੁਰੂ ਜੀ ਕਰ ਰਹੇ ਨੇ, ਪਹਿਲੀ ਗੱਲ ਆਠ ਪੈਰ ਨਿਕਟ ਕਰ ਜਾਣੇ। ਰੱਬ ਦੇ ਪਿਆਰੇ ਹਮੇਸ਼ਾ ਅੱਠੇ ਪੈਰ ਆਪਣੇ ਪ੍ਰਮਾਤਮਾ ਨੂੰ ਆਪਣੇ ਨੇੜੇ ਸਮਝਦੇ ਨੇ, ਹਾਜ਼ਰ ਹਜ਼ੂਰ ਸਮਝਦੇ ਨੇ। ਉਹ ਕਦੀ ਨਹੀਂ ਕਹਿੰਦੇ ਕਿ ਰੱਬ ਸੁਣ ਲਏਗਾ ਸਾਡੀ, ਰੱਬ ਦੂਰ ਹੈ ਕਿਤੇ, ਰੱਬ ਆ ਜਾਏ। ਉਹ ਤਾਂ ਕਹਿੰਦੇ ਰੱਬ ਹਾਜ਼ਰ ਹਜ਼ੂਰ ਹੈ, ਆਠ ਪੈਰ ਨਿਕਟ ਕਰ ਜਾਣੇ। ਰੱਬ ਦੇ ਪਿਆਰੇ ਦੀ ਪਹਿਲੀ ਪਹਿਚਾਣ ਇਹ ਹੈ ਕਿ ਉਹਨੂੰ ਰੱਬ ਹਮੇਸ਼ਾ ਹੀ ਹਾਜ਼ਰ ਹਜ਼ੂਰ ਨਜ਼ਰ ਆਉਂਦਾ, ਉਹਨੂੰ ਰੱਬ ਤੇ ਭਰੋਸਾ ਹੁੰਦਾ। ਫਿਰ ਪ੍ਰਭ ਕਾ ਕੀਆ ਮੀਠਾ ਮਾਨੇ। ਜੋ ਪ੍ਰਮਾਤਮਾ ਕਰਦਾ ਹੈ ਨਾ, ਉਹਨੂੰ ਮਿੱਠਾ ਕਰਕੇ ਮੰਨਦੇ ਨੇ ਉਹ। ਅਗਲੀ ਗੱਲ ਹੈ ਕਿ ਵਰਤਨ ਜਾ ਕੇ ਕੇਵਲ ਨਾਮ। ਉਹ ਜ਼ਿੰਦਗੀ 'ਚ ਕੇਵਲ ਨਾਮ ਦੀ ਵਰਤਨ। ਵਰਤਨ ਦਾ ਅਰਥ ਹੁੰਦਾ ਜਿਹੜੀ ਆਪਾਂ ਆਮ ਘਰ 'ਚ ਚੀਜ਼ਾਂ ਰੱਖੀਆਂ ਜਿਹੜੀ ਹਰ ਵੇਲੇ ਵਰਤਨ 'ਚ ਆਉਂਦੀਆਂ, ਨੂੰ ਕਹਿੰਦੇ ਹੱਥ ਠੋਕਾ ਚੀਜ਼, ਹਰ ਵੇਲੇ ਵਰਤਨ 'ਚ ਆਉਂਦੀਆਂ ਨੇ ਚੀਜ਼ਾਂ ਕਈ। ਵਰਤਨ ਜਾ ਕੇ ਕੇਵਲ ਨਾਮ, ਉਹਨਾਂ ਦੀ ਜ਼ਿੰਦਗੀ ਦੀ ਵਰਤਨ ਜਿਹੜੀ ਹੈ ਕੇਵਲ ਪ੍ਰਮਾਤਮਾ ਦਾ ਨਾਮ ਹੈ। ਉਹਨਾਂ ਦੀ ਇੱਕ ਰਹਿਤ ਹੈ ਕਿ ਸੂਰਬੀਰ ਬਚਨ ਕੇ ਬਲੀ, ਕੋਲਾ ਬਪਰੀ ਸੰਤੀ ਛਲੀ। ਉਹ ਬਚਨਾਂ ਦੇ ਸੂਰੇ ਹੁੰਦੇ ਨੇ, ਜੋ ਕਹਿੰਦੇ ਉਹ ਕਰਦੇ ਨੇ। ਇਹ ਨਹੀਂ ਕਿ ਲੋਕਾਂ ਨੂੰ ਕੁਝ ਕਹਿਣਾ ਤੇ ਆਪ ਲੋਕੇ ਕੁਝ ਕਰੀ ਜਾਣਾ। ਇਹ ਸੰਤ ਦੀ ਰਹਿਤ ਵੀ। ਸੰਤ ਦੀ ਰਹਿਤ ਇਹ ਹੈ ਕਿ ਸੂਰਬੀਰ ਬਚਨ ਕੇ ਬਲੀ, ਕੋਲਾ ਬਪਰੀ ਸੰਤੀ ਛਲੀ। ਉਹ ਬਚਨਾਂ ਦੇ ਬਲੀ ਹੁੰਦੇ ਨੇ, ਜੋ ਕਹਿੰਦੇ ਨੇ ਉਹਨਾਂ ਬਚਨਾਂ ਤੇ ਪੂਰੇ ਉਤਰਦੇ ਨੇ। ਰੱਬ ਦੇ ਪਿਆਰਿਆਂ ਨੇ ਤੇ ਮਾਇਆ ਨੂੰ ਛਲ ਲਿਆ ਹੁੰਦਾ ਹੈ। ਦੇਖੋ ਮਾਇਆ ਲੋਕਾਂ ਨੂੰ ਛਲਦੀ ਹੈ, ਰੱਬ ਦੇ ਪਿਆਰੇ ਨੇ ਮਾਇਆ ਨੂੰ ਛਲ ਲਿਆ, ਮਾਇਆ ਦੇ ਉੱਪਰ ਕਬਜ਼ਾ ਕਰ ਲਿਆ, ਭਾਵ ਮਾਇਆ ਨੂੰ ਕਾਬੂ ਕਰ ਲਿਆ। ਮਾਇਆ ਜਿਹੜੀ ਹੈ ਉਹ ਇਹਨਾਂ ਨੂੰ ਪ੍ਰਭਾ ਨਹੀਂ ਸਕਦੀ, ਜਿੰਨੇ ਮਰਜ਼ੀ ਯਤਨ ਕਰ ਲੇ। ਰੱਬ ਦੇ ਪਿਆਰੇ ਕਹਿੰਦੇ ਕਿ ਕਈ ਰੂਪ ਧਾਰਨ ਕਰਕੇ ਮਾਇਆ ਆਉਂਦੀ ਹੈ ਸਾਡੇ ਕੋਲ, ਪਰ ਅਸੀਂ ਇਹਨੂੰ ਨਾ ਨੱਕ ਕੰਨ ਤੋਂ ਵੱਢ ਕੇ ਕੋਲ ਰੱਖ ਲਿਆ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਇਹ ਰੱਬ ਦੇ ਪਿਆਰਿਆਂ ਦੀ ਰਹਿਤ ਹੁੰਦੀ ਹੈ।
ਉਹ ਸਰਬੱਤ ਦਾ ਭਲਾ ਲੋਚਦੇ ਨੇ, ਉਹ ਸਭ ਥਾਵਾਂ ਤੋਂ ਪ੍ਰਮਾਤਮਾ ਨੂੰ ਦੇਖਦੇ ਨੇ, ਉਹ ਹਰ ਵੇਲੇ ਵਾਹਿਗੁਰੂ ਜੀ ਦੇ ਪਿਆਰ 'ਚ ਹੀ ਜੁੜੇ ਰਹਿੰਦੇ ਨੇ, ਹਰ ਵੇਲੇ ਵਾਹਿਗੁਰੂ ਜੀ ਦੀ ਰਜ਼ਾ 'ਚ ਵਿਚਰਦੇ ਨੇ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਨੂੰ ਮੁਖ ਤੋਂ ਕਹਿਣਾ, ਵਾਹਿਗੁਰੂ ਜੀ ਦੇ ਨਾਮ ਨੂੰ ਕੰਨਾਂ ਨਾਲ ਸੁਣਨਾ, ਤੇ ਜਿਹੜੇ ਵਾਹਿਗੁਰੂ ਜੀ ਦੀ ਰਹਿਤ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਸਾਹਿਬ ਕਹਿੰਦੇ ਉਹ ਜ਼ਿੰਦਗੀ ਅੰਦਰ ਮਹਾਨ ਬਣ ਜਾਂਦੇ ਨੇ। ਹਰ ਜਨ ਕੀ ਸਤਿਗੁਰੂ ਜੀ ਨੇ ਬਚਨ ਕਿ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ। ਰਾਮ ਰਾਮ ਸਾਰ ਭੂਤ, ਸਾਰ ਭੂਤ ਦਾ ਅਰਥ ਹੁੰਦਾ ਕਿ ਸਾਰਿਆਂ ਤੋਂ ਸ੍ਰੇਸ਼ਟ, ਸਾਰ ਮਹਿਣਾ ਤਤ ਨਿਚੋੜ, ਤੇ ਭੂਤ ਦਾ ਅਰਥ ਹੁੰਦਾ ਪਦਾਰਥ। ਸਾਰੇ ਪਦਾਰਥਾਂ ਤੋਂ ਉੱਤਮ ਪਦਾਰਥ ਹੈ ਵਾਹਿਗੁਰੂ ਜੀ ਦਾ ਨਾਮ। ਸਾਰੀਆਂ ਗੱਲਾਂ ਤੋਂ ਮਹਾਨ ਗੱਲ ਹੈ ਪ੍ਰਮਾਤਮਾ ਦਾ ਨਾਮ। ਤੇ ਸਾਹਿਬ ਜੀ ਕਹਿੰਦੇ ਨਾਨਕ ਤਤ ਵਿਚਾਰੇ, ਵੀ ਨਾਨਕ ਤਾਂ ਇਸ ਨੂੰ ਤਤ ਕਰਕੇ ਜਾਣਦਾ। ਇਸ ਕਰਕੇ ਸਾਨੂੰ ਵੀ ਸਤਿਗੁਰੂ ਜੀ ਕਹਿੰਦੇ ਭਾਈ ਹਰ ਹਰੇ ਮੁਖੋਂ ਬੋਲ, ਹਰ ਹਰੇ ਮਨ ਧਾਰੇ। ਹਰ ਵੇਲੇ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਹਰ ਵੇਲੇ ਮਨ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖਿਆ ਕਰੋ। ਜੇ ਕੰਨਾਂ ਨਾਲ ਰੱਬ ਦੇ ਨਾਮ ਨੂੰ ਸੁਣੋਗੇ, ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਵਾਹਿਗੁਰੂ ਜੀ ਦੇ ਨਾਮ ਨੂੰ ਮੁਖ ਤੋਂ ਵੀ ਜਪੋਗੇ, ਤੁਹਾਡੀ ਜ਼ਿੰਦਗੀ ਵਿੱਚੋਂ ਅਨੇਕਾਂ ਪਾਪ ਆਪਣੀਆਂ ਮਿਟ ਜਾਣਗੇ। ਕਿਤੇ ਇੱਧਰ ਤੀਰਥਾਂ ਤੇ ਜਾ ਕੇ ਪਛਤਾਵਾ ਕਰਨ ਦੀ ਲੋੜ ਨਹੀਂ ਹੈ। ਕੋਈ ਇਹ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਬਿੱਲੀ ਮਰ ਗਈ ਤੇ ਸੋਨੇ ਦੀ ਬਿੱਲੀ ਦਿਓ ਤੇ ਹੁਣ ਤੁਸੀਂ ਮੁਕਤ ਹੋ ਜਾਓਗੇ। ਇਹੋ ਜਿਹੇ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ। ਜ਼ਿੰਦਗੀ 'ਚ ਜੇ ਗੱਲ ਹੋ ਗਈ ਹੈ, ਅਸੀਂ ਸਾਰੇ ਭੁੱਲਣਹਾਰ ਹਾਂ, ਤੇ ਇਹਨਾਂ ਸਾਰੇ ਔਗਣਾਂ ਤੋਂ ਮੁਕਤ ਹੋਣ ਦਾ ਤਰੀਕਾ ਹੈ ਪ੍ਰਮਾਤਮਾ ਦਾ ਪਿਆਰ, ਵਾਹਿਗੁਰੂ ਜੀ ਦੀ ਭਾਉ ਭਗਤੀ। ਇਹਨੂੰ ਪੁਨਹ ਚਰਨ ਦਾ ਅਰਥ ਹੁੰਦਾ ਹੈ ਪਛਤਾਚਾਤ ਵਿੱਚ ਕੀਤੇ ਹੋਏ ਕਰਮ, ਕਿਸੇ ਚੀਜ਼ ਦੇ ਪਛਤਾਵੇ ਵਜੋਂ ਕੀਤੇ ਹੋਏ ਕਰਮ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦਾ ਨਾਮ ਹੀ ਪੁਨਹ ਚਰਨ ਹੈ। ਇਸ ਕਰਕੇ ਜਿਹੜੇ ਗੁਰੂ ਕੀ ਸ਼ਰਨ 'ਚ ਡਿੱਗ ਜਾਂਦੇ ਨੇ, ਉਹ ਹੋਰ ਆਸਰੇ ਭੁਲਾ ਦਿੰਦੇ ਨੇ, ਹੋਰ ਨਹੀਂ ਕਿਸੇ ਪਾਸੇ ਜਾਂਦੇ। ਭਾਵੇਂ ਦੁਨੀਆ ਦੇ ਲੋਕ ਉਹਨਾਂ ਨੂੰ ਅਨੇਕ ਤਰ੍ਹਾਂ ਦੇ ਲਾਲਚ ਦੇ ਕੇ ਤੋਰਨ ਦਾ ਯਤਨ ਕਰਨ, ਲੇਕਿਨ ਆਨ ਬਾਨ ਵਿਸਾਰੇ। ਉਹਨਾਂ ਨੇ ਹਰ ਗੱਲ ਜਿਹੜੀ ਹੈ ਹੋਰ ਪਾਸੇ ਦੀ ਬਾਣ ਆਦਤ ਸੁਭਾਅ ਜਿਹੜਾ ਉਹ ਤਿਆਗ ਦਿੱਤਾ ਹੁੰਦਾ ਹੈ। ਇਸ ਕਰਕੇ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਤੇ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਪਾ ਕੇ ਉਹ ਮਹਾਨ ਪਵਿੱਤਰ ਬਣ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ 'ਚੋਂ ਡਰ ਦੂਰ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ 'ਚੋਂ ਸਾਰੇ ਪਾਪ ਦੁੱਖ ਨਿਵਰਤ ਹੋ ਜਾਂਦੇ ਨੇ। ਗੁਰਬਾਣੀ ਦਾ ਬਚਨ ਹੈ ਸੁਣਤੇ ਪੁਨੀਤ ਕਹਤੇ ਪਵਿੱਤ। ਜਿਨ੍ਹਾਂ ਨੇ ਸੁਣਿਆ ਉਹ ਵੀ ਪਵਿੱਤਰ ਨੇ, ਜਿਨ੍ਹਾਂ ਨੇ ਉਚਾਰਿਆ ਉਹ ਵੀ ਪਵਿੱਤਰ ਨੇ। ਪਰਮਾਤਮਾ ਦਾ ਨਾਮ ਹੈ ਹੀ ਇੰਨਾ ਮਹਾਨ, ਭਾਵੇਂ ਤੁਸੀਂ ਸੁਣ ਲਓ ਤੇ ਭਾਵੇਂ ਤੁਸੀਂ ਜਪ ਲਓ। ਗੁਰਬਾਣੀ ਕਹਿੰਦੀ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਪਰ ਸੁਣੇ ਕੋਈ ਚਿਤ ਲਾ ਕੇ ਮਨ ਕਰਕੇ। ਇੱਥੇ ਵੀ ਸਤਿਗੁਰੂ ਜੀ ਕਹਿੰਦੇ ਮੁਖ ਤੋਂ ਜਪਦੇ ਆ, ਚਿੱਤ ਕਰਕੇ ਵੀ ਉਹਦੇ ਨਾਲ ਜੁੜੀਏ। ਮੁਖ ਤੋਂ ਜਪਦੇ ਆ, ਚਿੱਤ ਕਰਕੇ ਜੁੜੇ ਆ, ਸਾਡੀ ਜ਼ਿੰਦਗੀ 'ਚ ਅਮਲ ਵੀ ਉਹੋ ਜਿਹੇ ਬਣ ਜਾਣ। ਜੇ ਪਰਮਾਤਮਾ ਦੇ ਪਿਆਰ ਜੁੜੇ ਆ, ਸਾਡੇ ਕਰਮ ਪਰਮਾਤਮਾ ਵਰਗੇ ਬਣ ਜਾਣ। ਪਰਮਾਤਮਾ ਦੇਖੋ ਕਿੰਨਾ ਦਿਆਲੂ ਹੈ। ਰੱਬ ਦਾ ਪਿਆਰਾ ਵੀ ਤੇ ਦਿਆਲੂ ਹੀ ਹੋਣਾ ਚਾਹੀਦਾ ਨਾ। ਇਹ ਥੋੜਾ ਕਿ ਰੱਬ ਦਾ ਪਿਆਰਾ ਹੈ ਕਿ ਤੈਨੂੰ ਸ਼ਰਾਪ ਦੇ ਦੇਵਾਂਗਾ, ਜੇ ਮੈਂ ਕੁਝ ਕਹਿ ਦਿੱਤਾ ਤੇ ਤੁਹਾਡਾ ਬਰਬਾਦ ਹੋ ਜਾਏਗਾ, ਬੇੜਾ ਗਰਕ ਹੋ ਜਾਏਗਾ। ਰੱਬ ਦੇ ਪਿਆਰਿਆਂ ਦਾ ਸੁਭਾਅ ਨਹੀਂ ਹੈ। ਰੱਬ ਦੇ ਪਿਆਰਿਆਂ ਦਾ ਸੁਭਾਅ ਰੱਬ ਵਰਗਾ। ਰੱਬ ਦੇਖੋ ਮਿਹਰਬਾਨ ਸਾਹੇ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਰੱਬ ਜਿਹੜਾ ਮਿਹਰਬਾਨ ਹੈ, ਤੇ ਰੱਬ ਦਾ ਪਿਆਰਾ ਮਿਹਰਬਾਨ ਕਿਉਂ ਨਾ ਹੋਵੇ। ਰੱਬ ਮਿੱਠ ਬੋਲੜਾ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ। ਹੁਣ ਕੋਈ ਗੱਲ ਰੱਬ ਦੀ ਕਰੇ, ਉਹਦੇ ਬਚਨ ਕੌੜੇ ਹੋਣ, ਉਹ ਰੱਬ ਦਾ ਪਿਆਰਾ ਕਿਵੇਂ ਹੋ ਸਕਦਾ? ਰੱਬ ਦੇ ਪਿਆਰੇ ਦੇ ਬਚਨ ਕੌੜੇ ਨਹੀਂ ਹੋ ਸਕਦੇ। ਰੱਬ ਮਿੱਠ ਬੋਲੜਾ ਹੈ, ਰੱਬ ਦੇ ਪਿਆਰੇ ਦੇ ਬਚਨ ਵੀ ਮਿੱਠ ਬੋਲੜੇ ਬਣ ਜਾਂਦੇ ਨੇ। ਰੱਬ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਰੱਬ ਦਾ ਪਿਆਰਾ ਲੋਕਾਂ 'ਚ ਨਫ਼ਰਤ ਨਹੀਂ ਪੈਦਾ ਕਰਦਾ ਕਿ ਇਹ ਮੇਰੇ ਧਰਮ ਦਾ ਹੈ, ਉਹ ਮੇਰੇ ਧਰਮ ਦਾ ਨਹੀਂ ਹੈ, ਜਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਈ ਜਾਏ। ਉਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ। ਰੱਬ ਦਾ ਪਿਆਰਾ ਸਮੁੱਚੀ ਮਾਨਵਤਾ 'ਚ ਪਰਮਾਤਮਾ ਨੂੰ ਦੇਖਦਾ ਹੈ। ਉਹਨੂੰ ਪਤਾ ਹੈ ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਹੈ। ਇਸ ਕਰਕੇ ਉਹਦੀ ਰਹਿਤ ਜਿਹੜੀ ਹੈ ਉਹ ਰੱਬ ਦੇ ਪਿਆਰ ਵਾਲੀ ਬਣ ਜਾਂਦੀ ਹੈ, ਤੇ ਪਰਮਾਤਮਾ ਉਹਨਾਂ ਦੇ ਸਾਰੇ ਡਰ ਸਾਰੇ ਪਾਪ ਦੂਰ ਕਰ ਦਿੰਦਾ ਹੈ। ਤੇ ਗੁਰੂ ਬਾਬਾ ਜੀ ਕਹਿੰਦੇ ਮੈਂ ਵੀ ਇੱਕੋ ਹੀ ਗੱਲ ਕਹਿਣਾ ਕਿ ਸਾਰਿਆਂ ਤੋਂ ਸ੍ਰੇਸ਼ਟ ਹੈ ਪਰਮਾਤਮਾ ਦਾ ਨਾਮ। ਸੁਖਮਨੀ ਸਾਹਿਬ ਜੀ ਵੀ ਸਤਿਗੁਰੂ ਜੀ ਦੇ ਨਾਮ ਦੀ ਬੇਅੰਤ ਵਡਿਆਈ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ। ਦੁਨੀਆ ਦੇ ਲੋਕੋ ਕੋਈ ਜਪ, ਕੋਈ ਤਪ, ਕੋਈ ਹੱਠ, ਕੋਈ ਤੀਰਥ ਸਨਾਨ, ਕੋਈ ਦਾਨ, ਕੋਈ ਪੁੰਨ, ਕੋਈ ਹੋਰ ਧਰਮ ਕਰਮ ਜਿਹੜਾ ਹੈ
ਉਹ ਨਾਮ ਦੇ ਤੁਲ ਕੋਈ ਨਹੀਂ ਹੈ। ਇਸ ਕਰਕੇ ਨਾਮ ਦੇ ਨਾਲ ਜੁੜੋ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਗੁਰਮੁਖ ਦਾ ਅਰਥ ਕਿ ਗੁਰੂ ਕੀ ਮੱਤ ਦੇ ਰਾਹੀਂ। ਸੁਖਮਨੀ ਸਾਹਿਬ ਜੀ ਦਾ ਬਚਨ ਮੈਂ ਸਾਂਝਾ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਗੁਰ ਕੀ ਮੱਤ ਤੂੰ ਲੈ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਉਹ ਭਾਈ ਗੁਰੂ ਕੀ ਮੱਤ ਗ੍ਰਹਿਣ ਕਰਕੇ ਵਾਹਿਗੁਰੂ ਜੀ ਦੀ ਭਗਤੀ ਕਰੋ, ਤੁਹਾਡਾ ਚਿੱਤ ਨਿਰਮਲ ਹੋ ਜਾਏਗਾ। ਤੁਹਾਡੀ ਜ਼ਿੰਦਗੀ ਚੋਂ ਸਾਰੇ ਦੁੱਖਾਂ ਦੀ ਗੱਲ ਖਤਮ ਹੋ ਜਾਏਗੀ। ਦੁੱਖਾਂ ਦਾ ਕਾਰਨ ਹੀ ਸਾਡੇ ਚਿੱਤ ਦੀ ਮੈਲ ਹੈ, ਹੋਰ ਕੋਈ ਕਾਰਨ ਨਹੀਂ ਹੈ। ਬਾਬਾ ਨਾਨਕ ਜੀ ਨੇ ਇਸ ਸੰਸਾਰ ਦੇ ਰੋਗਾਂ ਨੂੰ ਚੰਗੀ ਤਰ੍ਹਾਂ ਪਹਿਚਾਣਦਿਆਂ ਇਹ ਗੱਲ ਕੀ ਕਿ ਸੰਸਾਰ ਰੋਗੀ, ਸਾਰਾ ਸੰਸਾਰ ਰੋਗੀ ਹੈ। ਨਾਮ ਦਾਰੂ ਇਹਦਾ ਇਲਾਜ ਨਾਮ ਹੈ। ਇਹ ਰੋਗੀ ਇਸ ਕਰਕੇ ਕਿ ਮੈਲ ਲੱਗ ਗਿਆ, ਸੱਚ ਬਿਨਾ ਇਹ ਸੰਸਾਰ ਸੱਚ ਨਾਲੋਂ ਟੁੱਟ ਗਿਆ, ਇਸ ਕਰਕੇ ਇਹ ਰੋਗੀ ਹੈ। ਸੱਚ ਨਾਲੋਂ ਟੁੱਟ ਕੇ ਦੇ ਅੰਦਰ ਮੈਲ ਲੱਗ ਗਈ, ਜੰਮ ਗਈ। ਉਹ ਮੈਲ ਕਰਕੇ ਇਹ ਦੁਖੀ ਹੈ। ਉਹ ਮੈਲ ਅੰਦਰੋਂ ਮਿਟਣੀ ਹੈ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ। ਗੁਰਬਾਣੀ ਕਹਿੰਦੀ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ। ਜਿਉਂ-ਜਿਉਂ ਪਰਮਾਤਮਾ ਦਾ ਸਿਮਰਨ ਕਰਾਂਗੇ, ਪਰਮਾਤਮਾ ਦਾ ਨਾਮ ਨਿਰਮਲ ਹੈ, ਸਾਡਾ ਚਿੱਤ ਵੀ ਨਿਰਮਲ ਹੁੰਦਾ ਜਾਏਗਾ। ਪਰਮਾਤਮਾ ਦਾ ਨਾਮ ਮਹਾਨ ਉੱਚਾ ਹੈ, ਅਸੀਂ ਵੀ ਚਿੱਤ ਕਰਕੇ ਉੱਚੇ ਉੱਠਦੇ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ। ਵੀ ਹਰ ਵੇਲੇ ਉਸ ਹਰੀ ਦੇ ਨਾਮ ਨੂੰ ਮੁਖ ਤੋਂ ਜਪਿਆ ਕਰੋ। ਹਰ ਵੇਲੇ ਉਸ ਹਰੀ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਕੇ ਰੱਖੋ। ਮੁਖ ਤੋਂ ਵੀ ਜਪੋ, ਮਨ 'ਚ ਵੀ ਵਸਾ ਕੇ ਰੱਖੋ। ਸਤਿਗੁਰੂ ਜੀ ਕਹਿੰਦੇ ਕੀ ਹੋਏਗਾ? ਰਾਮ ਨਾਮ ਸਾਰ ਭੂਤ ਨਾਨਕ ਤਤ ਵਿਚਾਰੇ। ਹੇ ਨਾਨਕ ਜੀ, ਮੈਂ ਤੇ ਇਹ ਤਤ ਦੇਖ ਲਿਆ ਕਿ ਵਾਹਿਗੁਰੂ ਜੀ ਦਾ ਨਾਮ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਉੱਤਮ ਹੈ। ਗੁਰਬਾਣੀ ਨੇ ਵਾਰੰਵਾਰ ਵਾਹਿਗੁਰੂ ਜੀ ਦੇ ਨਾਮ ਨਾਲ ਸਾਨੂੰ ਜੋੜਿਆ। ਨਾਮ ਦਾ ਅਰਥ ਹੈ ਕਿ ਪ੍ਰਮਾਤਮਾ ਨੂੰ ਚੇਤੇ ਕਰਨਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਨਾ। ਜਿਉਂ-ਜਿਉਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰਾਂਗੇ, ਚੇਤੇ ਕਰਦਿਆਂ ਸਾਡੇ ਅੰਦਰ ਵਾਹਿਗੁਰੂ ਜੀ ਦਾ ਨਾਮ ਪ੍ਰਗਾਸ ਹੋ ਜਾਏਗਾ। ਅਸੀਂ ਅਰਦਾਸ ਕਰਦੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। हे ਮੇਰੇ ਮਿੱਤਰ ਗੁਰਦੇਵ ਜੀ, ਮੇਰੇ ਅੰਦਰ ਨਾਮ ਦਾ ਪ੍ਰਗਾਸ ਕਰ ਦਿਓ। ਉਹ ਨਾਮ ਤਾਂ ਸਾਰਿਆਂ ਦੇ ਅੰਦਰ ਹੈ, ਪ੍ਰਗਾਸ ਕਿਉਂ ਨਹੀਂ ਸਾਡੇ ਅੰਦਰ? ਕਿਉਂਕਿ ਸਾਡੇ ਅੰਦਰ ਮੈਲ ਲੱਗੀ ਹੈ। ਸ਼ੀਸ਼ੇ ਨੂੰ ਮੈਲ ਲੱਗ ਜਾਏ ਤੇ ਆਪਾਂ ਦੇਖਦੇ ਹਾਂ ਲਾਈਟ ਬਾਹਰ ਨਹੀਂ ਆਉਂਦੀ, ਚਾਨਣ ਬਾਹਰ ਨਹੀਂ ਆਉਂਦਾ, ਉਹਨੂੰ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ। ਸਾਡੇ ਹਿਰਦੇ ਨੂੰ ਲੱਗ ਗਈ ਮੈਲ ਤੇ ਅੰਦਰ ਜੋ ਰੱਬੀ ਜੋਤ ਹੈ ਉਹਦਾ ਪ੍ਰਗਾਸ ਨਹੀਂ ਆ ਰਿਹਾ। ਨਾਮ ਸਾਡੇ ਅੰਦਰ ਹੈ, ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਉਸ ਦੇ ਦੀਦਾਰ ਕਰਨ ਦੇ ਲਈ ਵਾਹਿਗੁਰੂ ਜੀ ਦੇ ਸਿਮਰਨ ਜੁੜੀਏ, ਵਾਰੰਵਾਰ ਵਾਹਿਗੁਰੂ ਜੀ ਦੇ ਨਾਮ ਨਾਲ ਜਪੀਏ। ਜਿਹੜੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਨੇ ਉਹਨਾਂ ਦੀ ਕੀਰਤੀ ਸਤਿਗੁਰੂ ਜੀ ਨੇ ਕੀਤੀ ਹੈ। ਸਾਨੂੰ ਵੀ ਸਤਿਗੁਰੂ ਜੀ ਨੇ ਕਿਹਾ ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ। ਭਾਈ ਹਰ ਵੇਲੇ ਹਰ ਥਾਂ ਤੇ ਉਸ ਹਰੀ ਨੂੰ ਮੁਖ ਤੋਂ ਉਚਾਰਿਆ ਕਰੋ, ਆਪਣੇ ਹਿਰਦੇ ਵਿੱਚ ਧਾਰਨ ਕਰੋ। ਉਸ ਵਾਹਿਗੁਰੂ ਜੀ ਨੂੰ ਚੇਤੇ ਕਰਦੇ ਰਵਾਂਗੇ। ਸੁਣਨ ਵਾਲੇ ਵੀ, ਕਹਿਣ ਵਾਲੇ ਵੀ, ਵਾਹਿਗੁਰੂ ਜੀ ਦੇ ਪਿਆਰ ਜੁੜਨ ਵਾਲੇ ਸਾਰੇ ਮੁਕਤ ਹੋ ਜਾਣਗੇ। ਸਤਿਗੁਰੂ ਜੀ ਮਿਹਰ ਕਰਨ। ਗੁਰੂ ਕੇ ਇਹ ਪਾਵਨ ਪਵਿੱਤਰ ਬਚਨ ਸਾਡੇ ਹਿਰਦੇ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਨਾਮ, ਦਾਨ, ਇਸ਼ਨਾਨ, ਸਿੱਖੀ, ਸਿਰਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨ ਜੀ। ਪਿਆਰ ਸਹਿਤ ਮਿਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।